पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:14 ਹੋਏ ਨੇ। 22 ਜੂਨ ਦਾ ਦਿਨ ਹੈ, ਵਰਾ 2021 ਦਾ ਮੰਗਲਵਾਰ ਹੈ ਤੇ 8 ਹਾੜ ਨਾਨਕਸ਼ੇ ਸੰਮਤ 553। ਅਹਲਨ व सहलन। ਅੱਜ ਦੀ ਇਸ ਸ਼ੋਅ ਦੇ ਵਿੱਚ ਸ਼ੁਰੂਆਤ ਪੰਜਾਬ ਤੋਂ, ਦੇਸ਼ ਪੰਜਾਬ ਦੇ ਝਰੋਖੇ ਚੋਂ तीसरी अज सैगमेंट सरा प्रगट सिंह उन्होंने आप करनी है, पर थोड़ी जी एक मुश्किल आ रही है। दिल्ली तो चंडीगढ़ सफ़र कर रहे हैं, ट्रांजिट दे विच ने। जे जद तक पहुँच गए तो गल होएगी, क्योंकि सफ़र दे विच कहानी नहीं हुंदी। बंदा टिक के बैठा होवे, बहुत खास गलबात जिहड़ी है वो करनी है। पहुँच गए तो गल हो जाएगी, ना पहुँचे तो फिर कोई होर गल कर लांगे आपां। अंतरराष्ट्रीय योगा डे लंघ के गया, नाले गतके दा दिन सी। कल नूं बुधवार नूं फिर कहानी जोगे दे जंतर ना सुना दिए। आप च भी कही जाणगे दरवाजे बैठे, ओए उत्थे 3 नंबर गोली हुंदी है मुंडिया, वो लिया आंदा की करनी है। गोडे बहुत दुखदे कहंदे, टाइलेनल नहीं कदे कहंदे, टैनल कहंदे आ। साडे नाल टैक्सी चलाउंदा भाई बंद, ओहदियां खुल्लियां जेब च पाईयां हुंदियां सी, ओ टैनी कहंदा, टैनी। ओहदियां ऐ लाल होणियां। मैं कहा जे माड़ी जी सूई मार दे, बाल्टी मैले दी भरजू। 604 204 0600 आने नंबर रहेगा। अबल हमद खुदाए दा विरद कीजे, इश्क कीता सु जग दा मूल मियाँ। पहले आप है रब ने इश्क कीता, मशूक है नबी रसूल मियाँ। इश्क पीर फकीर दा मर्तबा है, मर्द इश्क दा भला रंजूल मियाँ। खिले तिना दे बाग कलूब अंदर, जिन्हां कीता है इश्क कबूल मियाँ। यार असां नूं आन सवाल कीता, किस्सा हीर दा नमा बनाइए जी। इस प्रेम दी झोक दा सब किस्सा जीव सोहणी नाल सुनाइए जी। नाल अजब बहार दे शेर कह के रांझे हीर दा मेल कराइए जी। यारां नाल बह के बिच मजलसां, मजा हीर दे इश्क दा पाइए जी। बाबा बारिशा अल्लाहू दा वाजा वे, कुल्ली नहीं फकीर दी विचों। सानू किरण सिंह पत्ती जी स्वागत, सत श्री अकाल। शुक्रिया ਗਿੱਲ ਸਾਹਿਬ जी। सब तो पहला ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜੀ ਸਿੱਟ ਦੇ ਸਾਹਮਣੇ ਉਹ ਪੇਸ਼ ਹੋਏ, 90+ ਉਮਰ ਹੈ, ਤੇ ਕੀ ਖਬਰਾਂ ਆ ਰਹੀਆਂ ਨੇ ਉਹਦੀਆਂ ਬਾਹਰ? ਜੀ ਜੀ ਗਿੱਲ ਸਾਹਿਬ, ਤੁਸੀਂ ਦੇਖੋ ਵੀ ਸਮਾਂ ਕਿੰਨਾ ਬਲਵਾਨ ਹੁੰਦਾ ਹੈ। ਇਹ ਲੋਕਾਂ ਦੇ ਠਾਏ ਹੋਏ ਮੁੱਦੇ ਨੇ। ਨਹੀਂ ਤਾਂ 5 ਵਾਰ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ ਵਰਗਾ, ਕਿੰਨੇ ਪਹਿਲਾਂ ਇਹਦੇ ਤੇ ਮਤਲਬ ਸਵਾਲ ਉੱਠੇ ਖਾਲਿਸਤਾਨੀ ਲਹਿਰ ਵੇਲੇ, ਉਸ ਤੋਂ ਪਹਿਲਾਂ ਜਦੋਂ ਬਾਬਾ ਬੂਝਾ ਸਿੰਘ ਹੋਰਾਂ ਦੇ ਪੁਲਿਸ ਮੁਕਾਬਲੇ ਹੋਏ ਉਦੋਂ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਨਹੀਂ ਕੀਤਾ ਗਿਆ। ਸੋ ਅੱਜ ਦਾ ਦਿਨ ਬੜਾ ਅਹਿਮ ਆ। ਉਧਰੋਂ ਕੈਪਟਨ ਅਮਰਿੰਦਰ ਸਿੰਘ ਆਪਦੇ ਕੇਂਦਰੀ ਆਗੂਆਂ ਕੋਲੇ ਪੇਸ਼ੀਆਂ ਭੁਗਤ ਰਿਹਾ ਸੀ, ਤੇ ਇੱਧਰੋਂ ਪ੍ਰਕਾਸ਼ ਸਿੰਘ ਬਾਦਲ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਜਿਹੜੀ ਇਹਦੇ MLA ਫਲੈਟ 'ਚ ਉਹ ਪੁੱਛਗਿੱਛ ਕਰ ਰਹੀ ਸੀ। ਖੈਰ ਗਿੱਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਕੋਲੇ ਟੀਮ ਪਹੁੰਚੀ, ਲਗਭਗ 2.5 ਤੋਂ 3 ਘੰਟੇ ਗੱਲਬਾਤ ਕੀਤੀ। ਸਵੇਰੇ 10 ਵਜੇ ਟੀਮ ਜਾ ਪਹੁੰਚੀ ਸੀਗੀ, ਜਿਹੜੀ ADGP LK ਯਾਦਵ ਦੀ ਅਗਵਾਈ ਦੇ ਵਿੱਚ। ਔਰ ਉਸ ਟੀਮ ਨੇ ਪਤਾ ਲੱਗਿਆ 80 ਸਵਾਲ ਲੈ ਕੇ ਗਈ, ਇੱਕ ਕੁਐਸਚਨੇਅਰ ਬਣਾ ਕੇ ਲੈ ਕੇ ਗਈ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ, ਕਿਸ ਅਫਸਰ ਨਾਲ ਸੰਪਰਕ ਸੀ ਤੁਸੀਂ, ਕੀ ਗੱਲਬਾਤ ਹੋਈ। ਇਹ ਸਾਰਾ ਮਤਲਬ ਮਸਲਾ ਗਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਉੱਥੇ ਗਿੱਲ ਸਾਹਿਬ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ 2 ਮੈਂਬਰਾਂ ਦੀ, ਉਹਦੇ 'ਚ ਤੀਜਾ ਨਾਲ ਇੱਕ ਬੰਦਾ ਜਿਹੜਾ ਚਲਿਆ ਗਿਆ, ਜਿਹਨੂੰ ਲੈ ਕੇ ਅਕਾਲੀ ਦਲ ਨੇ ਸਵਾਲ ਖੜਾ ਕਰਤਾ ਕਿ ਇਹ ਨਹੀਂ ਇੱਥੇ ਹੋਣਾ ਚਾਹੀਦਾ। ਉਹ ਸੀ ਵਿਜੇ ਸਿੰਗਲਾ। ਇਹ ਡਾਇਰੈਕਟਰ ਪ੍ਰੋਸੀਕਿਊਸ਼ਨ ਹੈ, ਰਿਟਾਇਰ ਹੋਇਆ ਇੱਕ ਲੀਗਲ ਐਕਸਪਰਟ ਹੈ, ਜਿਹਨੂੰ ਇਹਨਾਂ ਨੇ ਅਕਾਲੀ ਦਲ ਦੇ ਆਗੂਆਂ ਨੇ ਪੁੱਛਿਆ ਵੀ ਇਹ ਕਿਉਂ ਇੱਥੇ ਆਇਆ, ਔਰ ਇਹਨਾਂ ਨੇ ਕਿਹਾ ਕਿ ਇਹ ਜਾਣ ਬੁੱਝ ਕੇ ਸਰਕਾਰ ਨੇ ਇੱਥੇ ਭੇਜਿਆ। ਹਾਲਾਂਕਿ ਪਤਾ ਇਹ ਲੱਗਿਆਗਾ ਕਿ ਉਹਦੀ ਨਿਯੁਕਤੀ ਬਕਾਇਦਾ ਹੋਈ ਹੈ। ਇਸ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੋਈ ਹੈ 3 ਮੈਂਬਰੀ, ਉਸ ਟੀਮ ਨੂੰ ਇੱਕ ਜਿਹੜਾ ਲੀਗਲ ਸਲਾਹਕਾਰ ਦੇ ਤੌਰ ਦੇ ਉੱਤੇ ਉਹਦੀ ਨਿਯੁਕਤੀ ਹੋਈ ਹੈ। ਤਾਂ ਇਹ ਮਸਲਾ ਵੀ ਕਾਫੀ ਗਰਮਾਇਆ। ਉਂਝ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਇੱਕ ਸਵਾਲ ਕੀਤਾ ਕਿ ਜਾਂਚ ਦਾ ਦਾਇਰਾ ਵਧਾਇਆ ਜਾਵੇ, ਔਰ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਵੀ ਇਸ ਵਿਸ਼ੇ ਦੇ ਵਿੱਚ ਜਾਂਚ ਹੈ ਜਿਹੜੀ ਉਹ ਹੋਣੀ ਚਾਹੀਦੀ ਆ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮਸਲਾ ਤਾਂ 2015 ਦਾ, ਔਰ ਇਹਨਾਂ ਦੀ ਸਰਕਾਰ ਸੀ ਉਸ ਵਕਤ। ਇਹਨਾਂ ਨੇ ਕਮਿਸ਼ਨ ਵੀ ਬਿਠਾਇਆ ਸੀ, ਉਹਦੀ ਰਿਪੋਰਟ ਇਹਨਾਂ ਨੇ ਨਹੀਂ ਲਾਗੂ ਕੀਤੀ, ਉਹਦੀ ਰਿਪੋਰਟ ਦੱਸੀ ਨਹੀਂ। ਉਦੋਂ ਜਾਂਚ ਕਰ ਲੈਣੀ ਚਾਹੀਦੀ ਸੀ ਇਹਨਾਂ ਨੂੰ, ਉਦੋਂ ਤਾਂ ਜਾਂਚ ਹੀ ਨਹੀਂ ਕੀਤੀ। ਪੁਲਿਸ ਨੂੰ ਵੀ ਜਿਹੜਾ ਇਹਨਾਂ ਨੇ ਮਤਲਬ
ਇਹ ਕਿਹਾ ਕਿ ਅਣਪਛਾਤੀ ਤੋਂ ਕਿਤੋਂ ਮਤਲਬ ਗੋਲੀ ਚੱਲੀ ਹੈ, ਕਿਹਦੇ ਵੈਪਨ 'ਚੋਂ ਚੱਲੀ ਹੈ, ਕਿਹਦੇ ਹੁਕਮ ਨਾਲ ਚੱਲੀ ਹੈ। ਉਸ ਵਕਤ 14 ਅਕਤੂਬਰ 2015 ਦਾ ਜਿਹੜਾ ਘਟਨਾਕ੍ਰਮ ਹੈ ਇਹਨਾਂ ਨੇ ਲਗਾਤਾਰ ਦੱਬੀ ਰੱਖਿਆ। ਉਹ ਤਾਂ ਗਿੱਲ ਸਾਹਿਬ ਪ੍ਰਵਾਸੀ ਭਾਰਤੀਆਂ ਦਾ, ਪੰਜਾਬੀਆਂ ਦਾ, ਸਿੱਖਾਂ ਦਾ ਇੱਕ ਲਗਾਤਾਰ ਆਵਾਜ਼ ਬੁਲੰਦ ਕਰਨਾ ਹੈ, ਜਿਹਦੇ ਕਰਕੇ 2017 'ਚ ਇਹ ਮੁੱਦਾ ਬਣਿਆ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਪਿਆ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ ਔਰ ਗੋਲੀकांड ਜਿਹੜਾ ਹੋਇਆ ਉਸ ਵਿਸ਼ੇ ਨੂੰ ਅਸੀਂ ਜਿਹੜਾ ਉਹ ਤਨ ਪੱਤਣ ਲਾਵਾਂਗੇ। ਉਸ ਤੋਂ ਬਾਅਦ ਮਤਲਬ ਇਹ ਮਸਲਾ ਲਗਾਤਾਰ ਚੱਲਦਾ ਰਿਹਾ। ਫਿਰ ਜਾ ਕੇ ਹੁਣ ਜਿਹੜਾ ਸਥਿਤੀ ਹੈ ਸਾਹਮਣੇ ਆਈ ਹੈ, ਕਿੰਨੇ ਕਮਿਸ਼ਨ ਬੈਠੇ, ਕਿੰਨੀਆਂ ਜਾਂਚ ਰਿਪੋਰਟਾਂ ਆਈਆਂ, ਫਿਰ ਵੀ ਖੈਰ ਜਿਹੜਾ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਾਂਚ ਕਰ ਰਹੀ ਹੈ। ਅਕਾਲੀ ਦਲ ਨੇ ਇਹਦੇ ਤੇ ਸਵਾਲ ਉਠਾਏ ਨੇ। ਉਹਨਾਂ ਨੇ ਕਿਹਾਗਾ ਕਿ ਇਹ ਜਾਂਚ ਆ ਜਿਹੜੀ ਉਹ ਸਿਆਸਤ ਤੋਂ ਪ੍ਰੇਰਿਤ ਹੈ। ਜੀ ਮਿੰਦੋ ਪੈਂਚਣੀ ਬੋਲਦੀ ਆ ਫਿਰ ਸਰਪੰਚ ਦੇ ਕਹੇ ਤੇ। ਨਵਜੋਤ ਸਿੱਧੂ ਦੀ ਬੋਲੀ ਨਹੀਂ ਸਮਝ ਆਈ ਦੋਨੇ ਪਾਰਟੀਆਂ ਦੇ ਵੀ ਇੰਨਾ ਗਰਮ ਕਿਉਂ ਹੋਇਆ। ਅਸਲ ਕੱਲੇ ਕਾਂਗਰਸ ਤੇ ਨਹੀਂ ਬੈਠਾ, ਕਿਤੇ ਉਹਦੀ ਚੀਚੀ ਕਿਸ ਨੇ ਫੜ ਲਈ ਤਾਂ ਸ਼ੇਰ ਬੋਲਦਾ। ਗੁਲਾਬੀ ਮਜੰਟਾ ਹੀ ਦਸਤਾਰ, ਮਜੰਟਾ ਹੀ ਮੂੰਹ ਵਾਲਾ ਢੱਕਣ ਵਾਲਾ ਕੱਪੜਾ, ਕਿੱਥੇ ਗੱਲ ਬਹਿੰਦੀ ਆ, ਤਣ ਪੱਤਣ ਲੱਗੂ ਕੋਈ। ਜੀ ਗਿੱਲ ਸਾਹਿਬ, ਦੇਖੋ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਹਾਈ ਕਮਾਂਡ ਅੱਗੇ ਪੇਸ਼ ਹੋਇਆ। ਜਿਹੜੀ 3 ਮੈਂਬਰੀ ਖੜਗੇ ਕਮੇਟੀ ਦੀ ਜਿਹੜੀ ਬਿਠਾਈ ਸੀਗੀ ਉਹਦੇ ਸਾਹਮਣੇ ਜਾ ਕੇ ਪੇਸ਼ ਹੋਇਆ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵੀ ਇਸ ਵਿਸ਼ੇ ਦੇ ਉੱਤੇ ਕਾਫੀ ਨਾਖੁਸ਼ ਨਜ਼ਰ ਆ ਰਿਹਾ ਹੈ ਕਿ ਵਾਰ-ਵਾਰ ਮੀਡੀਆ ਦੇ ਵਿੱਚ ਇਹ ਗੱਲਾਂ ਜਾ ਰਹੀਆਂ ਕਿ ਕੈਪਟਨ ਅਮਰਿੰਦਰ ਨੂੰ ਦਿੱਲੀ ਤਲਬ ਕੀਤਾ, ਕੈਪਟਨ ਅਮਰਿੰਦਰ ਨੂੰ ਦਿੱਲੀ ਬੁਲਾਇਆ। ਇਸ ਗੱਲ ਤੋਂ ਵੀ ਔਖਾ ਮਹਿਸੂਸ ਕਰ ਰਿਹਾ, ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਿਆ ਔਰ ਹੁਣ ਪਤਾ ਲੱਗਿਆਗਾ ਕਿ ਮਸਲਾ ਇੰਨਾ ਜ਼ਿਆਦਾ ਅੱਗੇ ਲੰਘ ਚੁੱਕਿਆ ਗਾ ਕਿ ਦੋਨਾਂ ਨੂੰ ਇਕੱਠੇ ਬਹਾਉਣਾ ਮੁਸ਼ਕਲ ਹੋਇਆ। ਪਰ ਨਵਜੋਤ ਸਿੰਘ ਸਿੱਧੂ ਨੇ ਤਾਂ ਕਹਿ ਵੀ ਦਿੱਤਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਕੱਠਿਆਂ ਨਹੀਂ ਬੈਠ ਸਕਦਾ। ਸੋ ਇਹ ਕੈਪਟਨ ਤੇ ਸਿੱਧੂ ਦਾ ਜਿਹੜਾ ਅੰਦਰੂਨੀ ਕਲੇਸ਼ ਆ ਕਾਂਗਰਸ ਦਾ, ਉਹ ਸਿਖਰਾਂ ਨੂੰ ਛੂਹ ਰਿਹਾ ਔਰ ਨਵਜੋਤ ਸਿੰਘ ਸਿੱਧੂ ਜੋ ਬੋਲ ਰਿਹਾ ਉਹ ਕਾਂਗਰਸ ਦੇ ਵੀ ਸਮਝ ਨਹੀਂ ਆ ਰਿਹਾ। ਹਾਲਾਂਕਿ ਕਾਂਗਰਸ ਇੱਕ ਫਾਰਮੂਲਾ ਲੈ ਕੇ ਆ ਰਹੀ ਹੈ ਕਿ ਜਿਹੜੀ ਅਗਲੀ ਇਲੈਕਸ਼ਨ ਆ ਉਹ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਨਹੀਂ ਲੜੀ ਜਾਊ। ਉਹ ਅੱਜ ਖੜਗੇ ਹੋਰਾਂ ਨੇ ਵੀ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਲੜਾਂਗੇ ਪੰਜਾਬ 'ਚ ਇਲੈਕਸ਼ਨ। ਲੇਕਿਨ ਨਵਜੋਤ ਸਿੰਘ ਸਿੱਧੂ ਜੋ ਬੋਲ ਰਿਹਾ ਉਹਦੇ ਤੋਂ ਲੱਗਦਾ ਗਾ ਕਿ ਉਹਦੀ ਤਾਰ ਕਿਤੇ ਹੋਰ ਜੁੜ ਚੁੱਕੀ ਆ। ਜੋ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਕਿ ਐਤਕੀ ਨਹੀਂ, ਮਤਲਬ ਜਿਹੜੀ ਇਹ ਉੱਤਰ ਕਾਟੋ ਮੈਚ ਜਾਂ ਜਿਹੜਾ ਦੋ ਪਰਿਵਾਰਾਂ ਦੇ ਵੱਲੋਂ ਫ੍ਰੈਂਡਲੀ ਮੈਚ ਖੇਡਿਆ ਜਾਂਦਾ, ਐਤਕੀ ਨਹੀਂ ਹੋਣ ਦਿਆਂਗੇ। ਸੋ ਇਹਦੇ ਤੋਂ ਲੱਗਦਾ ਗਾ ਕਿ ਉਹਨੂੰ ਸਿਰਫ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਤੇ ਟੇਕ ਨਹੀਂ ਹੈ। ਉਹਨੂੰ ਲੱਗਦਾ ਕਿ ਜੇ ਇੱਧਰੋਂ ਦਾ ਲੱਗਿਆ ਤਾਂ ਦਾ ਲੱਗਿਆ, ਨਹੀਂ ਕਿਤੇ ਹੋਰ ਪਾਸੇ ਵੀ ਉਹਦੀ ਲਿਵ ਲੱਗੀ ਲੱਗਦੀ ਹੈਗੀ। ਤਾਂ ਇਹ ਜਿਸ ਤਰ੍ਹਾਂ ਦੀ ਪੋਜੀਸ਼ਨ ਕਾਂਗਰਸ ਪਾਰਟੀ ਦੇ ਵਿੱਚ ਹੈ, ਦੇਖੋ ਇਹਦੇ ਤੋਂ ਗਿੱਲ ਸਾਹਿਬ ਲੋਕਾਂ ਦਾ ਨੁਕਸਾਨ ਹੋ ਰਿਹਾ। ਲੋਕਾਂ ਦਾ ਨੁਕਸਾਨ ਇਸ ਕਰਕੇ ਹੋ ਰਿਹਾ ਕਿ ਅੱਜ ਦੇ ਦਿਨਾਂ ਦੇ ਵਿੱਚ ਜਦੋਂ 8-9 ਮਹੀਨੇ ਇਲੈਕਸ਼ਨ ਦੇ ਵਿੱਚ ਜਸਟ ਰਹਿ ਗਏ, ਮੁੱਦਾ ਤਾਂ ਇਹ ਬਣਨਾ ਚਾਹੀਦਾ ਕਿ 2 ਕਰੋੜਾਪਤੀ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਕਿਉਂ ਦਿੱਤੀ। ਮੁੱਦਾ ਇਹ ਬਣਨਾ ਚਾਹੀਦਾ ਕਿ ਘਰ ਘਰ ਨੌਕਰੀ ਕਿਉਂ ਨਹੀਂ ਮਿਲੀ ਪੰਜਾਬ ਦੇ ਬੇਰੁਜ਼ਗਾਰਾਂ ਨੂੰ। ਮੁੱਦਾ ਇਹ ਬਣਨਾ ਚਾਹੀਦਾਗਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਉਹਨਾਂ ਦੇ ਕਰਜ਼ਿਆਂ ਦਾ ਕੀ ਬਣਿਆ। ਮੁੱਦਾ ਇਹ ਬਣਨਾ ਚਾਹੀਦਾਗਾ ਕਿ ਅੱਜ ਦੇ ਸਮੇਂ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਕੇ ਸਜ਼ਾਵਾਂ ਦਿੱਤੀਆਂ ਗਈਆਂ। ਅੱਜ ਦੇ ਸਮੇਂ ਤੱਕ ਜਿਹੜੇ 2 ਸਿੱਖ ਨੌਜਵਾਨਾਂ ਦੀ ਪੁਲਿਸ ਦੀ ਗੋਲੀ ਦੇ ਨਾਲ ਸ਼ਹਾਦਤ ਹੋਈ, ਉਹ ਦੋਸ਼ੀ ਕਿਉਂ ਨਹੀਂ ਫੜੇ ਗਏ। ਲੇਕਿਨ ਮੁੱਦਾ ਕੀ ਬਣ ਰਿਹਾ? ਮੁੱਦਾ ਬਣ ਰਿਹਾ ਇਹਨਾਂ ਦਾ ਅੰਦਰੂਨੀ ਕਲੇਸ਼। ਮੁੱਦਾ ਬਣ ਰਿਹਾ ਹੈਗਾ ਕੈਪਟਨ ਤੇ ਸਿੱਧੂ। ਲੋਕਾਂ ਨੇ ਕੈਪਟਨ ਸਿੱਧੂ ਤੋਂ ਕੀ ਲੈਣਾ? ਲੋਕਾਂ ਨੂੰ ਲੋਕਾਂ ਦੇ ਮਸਲਿਆਂ ਦਾ ਹੱਲ ਚਾਹੀਦਾ, ਜਿਹੜੇ ਮਸਲੇ ਦੇ ਉੱਤੇ, ਜਿਹੜੀ ਗੱਲ ਦੇ ਉੱਤੇ ਨਹੀਂ ਆ ਰਹੇ। ਸੋ ਇਹ ਅੰਦਰੂਨੀ ਕਲੇਸ਼ ਇਹਨਾਂ ਦਾ ਗਾ ਜਿਹੜਾ ਉਹਦੇ 'ਚ ਪੰਜਾਬ ਦੇ ਮੁੱਦੇ ਰੁਲ ਰਹੇ ਆ, ਉਹਦੇ 'ਚ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਰੁਲ ਰਹੀਆਂ ਨੇ। ਔਰ ਇਹ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੱਧੂ ਸਿੱਖ ਵੀ ਹੋ ਸਕਦਾ। ਰੌਲਾ ਬੇਸਿਕਲੀ ਇਹਨਾਂ ਦਾ ਪੰਜਾਬ ਦੇ ਮੁੱਦਿਆਂ ਦਾ ਨਹੀਂ, ਰੌਲਾ ਬੇਸਿਕਲੀ ਇਹਨਾਂ ਦਾ ਗਾ ਜਿਹੜਾ ਉਹ ਕੁਰਸੀ ਦਾ ਰੌਲਾ ਗਾ। ਵੱਡਾ ਕੌਣ, ਕਿਹੜਾ, ਕਿਹਦੀ ਅਗਵਾਈ 'ਚ ਚੱਲੇ, ਮਸਲਾ ਇਹ ਹੈ। ਨਵਜੋਤ ਸਿੰਘ ਸਿੱਧੂ ਕਹਿਣ ਨੂੰ ਕਹੀ ਜਾਂਦਾ ਕਿ ਮੈਂ ਉਹਦੇ ਦੇ ਲਾਲਚ ਦੇ ਵਿੱਚ ਨਹੀਂ ਆ, ਮੈਨੂੰ ਇਹ ਚੀਜ਼ਾਂ ਦਾ ਨਹੀਂ ਹੈ, ਮੈਨੂੰ ਪੰਜਾਬ ਦੇ ਮਸਲਿਆਂ ਦਾ। ਤਾਂ ਜੇ ਇੰਨਾ ਪੰਜਾਬ ਦੇ ਮਸਲਿਆਂ ਦਾ ਸੀ ਤਾਂ ਇੰਨਾ ਲੰਬਾ ਸਮਾਂ ਭਾਰਤੀ ਜਨਤਾ ਪਾਰਟੀ ਵਰਗੀ ਪਾਰਟੀ 'ਚ ਕਿਵੇਂ ਬੈਠਾ ਰਿਹਾ ਕੋਈ ਬੰਦਾ? ਤਾਂ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਸਵਾਲ ਸੰਬੋਧਿਤ ਹੋਣ ਦੀ ਲੋੜ ਹੈ। ਸੋ ਲੱਗਦਾ ਇਹ ਹੈਗਾ ਕਿ ਨਵਜੋਤ ਸਿੰਘ ਸਿੱਧੂ ਅਸਲ ਦੇ ਵਿੱਚ ਦੋਨੇ ਹੱਥਾਂ ਦੇ ਵਿੱਚ ਲੱਡੂ ਰੱਖ ਕੇ ਚੱਲ ਰਿਹਾ ਹੈਗਾ। ਜੇ ਕਾਂਗਰਸ ਕਨੀ ਦਾ ਲੱਗਿਆ ਤਾਂ ਲੱਗਿਆ, ਨਹੀਂ ਦੂਸਰੇ ਪਾਸੇ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਦੇ ਮੰਗਾਂ ਮਸਲੇ ਨੇ, ਜਿਹੜੇ ਲੋਕਾਂ ਦੇ ਮੁੱਦੇ ਨੇ, ਉਹ ਹੱਲ ਹੋਣੇ ਜ਼ਿਆਦਾ ਜ਼ਰੂਰੀ ਆ ਇਹਨਾਂ ਦੇ ਅੰਦਰੂਨੀ ਕਾਟੋ ਕਲੇਸ਼ ਨਾਲੋਂ। ਜੀ ਬਿਲਕੁਲ ਜੀ। ਅਸਲ ਕਹਾਣੀ ਤਾਂ ਲੱਖ ਕਹੀ ਜਾਵੇ ਬਈ ਅਹੁਦੇ ਨਹੀਂ, ਅਹੁਦਿਆਂ ਦਾ ਹੀ ਰੌਲਾ ਹੈ ਤੇ ਕਹਿਣ ਨਾਲ ਕੁਛ ਨਹੀਂ ਹੁੰਦਾ। ਨਹੀਂ ਤਾਂ ਤੇ ਅੱਛਾ, ਸ਼ਰਦ ਪਵਾਰ ਦੇ ਘਰ ਜਿਹੜਾ ਇਕੱਠ ਹੋਇਆ ਸੀ, ਅਸਲ ਸ਼ਬਦ ਪੰਜਾਬੀਆਂ ਦਾ ਇਕੱਠ ਹੀ ਆ, ਉਹਦੇ ਚੋਂ ਨਿਕਲੀ ਗੱਲਬਾਤ ਕੋਈ? ਜੀ ਗੱਲ ਸਾਹਿਬ, ਦੇਖੋ ਜਿਹੜਾ ਸ਼ਰਦ ਪਵਾਰ ਦੇ ਘਰੇ ਮੀਟਿੰਗ ਹੋਈ, ਲੰਬਾ ਸਮਾਂ ਮੀਟਿੰਗ ਚੱਲੀ,
ਉਹਦੇ ਤੋਂ ਕਾਫੀ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ। ਇੱਕ ਤਾਂ ਇਹ ਕਿ ਭਾਰਤੀ ਜਨਤਾ ਪਾਰਟੀ ਲਈ ਉਹ ਬਹੁਤ ਚੈਲੰਜ ਆ, ਕਿਉਂਕਿ ਉਹਦੀ ਜਿਹੜੀ ਮੇਨਲੀ ਲੀਡ ਕਰ ਰਿਹਾ ਉਹ ਸ਼ਰਦ ਪਵਾਰ ਦੇ ਨਾਲ ਜਸਵੰਤ ਸਿਨਹਾ ਕਰਗਾ। ਔਰ ਜਸਵੰਤ ਸਿਨਹਾ ਭਾਰਤੀ ਜਨਤਾ ਪਾਰਟੀ ਦਾ ਉਹ ਆਗੂ ਹੈਗਾ ਜਿਹੜਾ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਵਿਦੇਸ਼ ਮੰਤਰੀ ਵੀ ਰਿਹਾ ਔਰ ਫਾਈਨਾਂਸ ਮਿਨਿਸਟਰ ਵੀ ਰਿਹਾ ਔਰ ਬੀਜੇਪੀ ਦੀ ਮੇਨ ਲੀਡਿੰਗ ਟੀਮ ਦੇ ਵਿੱਚ ਵੀ ਰਿਹਾ। ਲੇਕਿਨ ਉਹ ਨਰਿੰਦਰ ਮੋਦੀ ਅਮਿਤ ਸ਼ਾਹ ਦੀ ਜੋੜੀ ਤੋਂ ਖਫਾ ਹੋ ਕੇ ਮਮਤਾ ਬੈਨਰਜੀ ਦੀ ਪਾਰਟੀ 'ਚ ਜਾ ਰਲਿਆ ਸੀ। ਪੱਛਮੀ ਬੰਗਾਲ ਦੀ ਇਲੈਕਸ਼ਨ 'ਚ ਵੀ ਉਹਦਾ ਕਾਫੀ ਰੋਲ ਮੰਨਿਆ ਜਾ ਰਿਹਾ ਔਰ ਹੁਣ ਉਹ ਇਹ ਚਾਹੁੰਦਾ ਗਾ ਕਿ ਕਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ 2024 'ਚ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੀਦਾ। ਇਸ ਕਰਕੇ ਉਸ ਨੇ ਇਹ ਪਤਾ ਲੱਗਿਆਗਾ ਕਿ ਪ੍ਰਸ਼ਾਂਤ ਕਿਸ਼ੋਰ ਨਾਲ ਮੀਟਿੰਗਾਂ ਕੀਤੀਆਂ। ਸ਼ਰਦ ਪਵਾਰ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੀ 2 ਵਾਰ ਮੀਟਿੰਗ ਹੋਈ ਹੈ ਇਸ ਵਿਸ਼ੇ ਦੇ ਉੱਤੇ। ਔਰ ਅੱਜ ਜਿਹੜੀ ਸ਼ਰਦ ਪਵਾਰ ਦੇ ਘਰੇ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਬੰਦਾ ਨਹੀਂ ਸੀ, ਕਾਂਗਰਸ ਪਾਰਟੀ ਦਾ ਵੀ ਕੋਈ ਬੰਦਾ ਨਹੀਂ ਸੀ। ਤੀਜੀ ਜਿਹੜੀ ਵੱਡੀ ਗੱਲ ਹੈ ਕਿ ਸ਼ਿਵ ਸੈਨਾ ਦਾ ਵੀ ਕੋਈ ਬੰਦਾ ਨਹੀਂ ਸੀ। ਹਾਲਾਂਕਿ ਬਹੁਤ ਵਿਰੋਧੀ ਉੱਥੇ ਬੈਠੇ ਸੀ। ਮਮਤਾ ਬੈਨਰਜੀ ਦੀ ਪਾਰਟੀ ਉੱਥੇ ਸੀ ਔਰ ਉਹਦੇ ਖਿਲਾਫ ਲੜਨ ਵਾਲੇ ਜੂਝਣ ਵਾਲੇ ਖੱਬੇ ਪੱਖੀ CPM ਉੱਥੇ ਬੈਠੀ ਸੀ। ਸੋ ਉੱਥੇ ਜਿਹੜੀ ਅੱਜ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਪਹੁੰਚੇ ਨੇ। ਉਸ ਮੀਟਿੰਗ ਦੇ ਵਿੱਚ ਖੱਬੇ ਪੱਖੀ ਪਹੁੰਚੇ ਨੇ, ਸਮਾਜਵਾਦੀ ਪਾਰਟੀ ਦੇ ਆਗੂ ਪਹੁੰਚੇ ਨੇ, ਰਾਸ਼ਟਰੀ ਲੋਕ ਦਲ ਦੇ ਆਗੂ ਪਹੁੰਚੇ ਨੇ। ਇਸ ਤੋਂ ਇਲਾਵਾ ਉਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਜਿਹੜੇ ਬੁੱਧੀਜੀਵੀ, ਬਹੁਤ ਸਾਰੇ ਪੱਤਰਕਾਰ, ਇਸ ਤੋਂ ਇਲਾਵਾ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਵੀ ਉੱਥੇ ਪਹੁੰਚੇ ਨੇ। ਸੋ ਇਹ RJD ਜਿਹੜੀ ਲਾਲੂ ਪ੍ਰਸਾਦ ਯਾਦਵ ਹੋਰਾਂ ਦੀ ਉਹਦੇ ਵੀ ਆਗੂ ਪਹੁੰਚੇ ਨੇ। ਸੋ ਇਸ ਕਰਕੇ ਇੱਕ ਬਦਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂ ਉਹ ਮੰਨਦੇ ਨਹੀਂ ਕਿ ਨਹੀਂ ਅਸੀਂ ਤੀਜਾ ਬਦਲ ਨਹੀਂ ਦੇ ਰਹੇ, ਪਰ ਇਸ ਪਾਸੇ ਨੂੰ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਤੇ ਭਾਜਪਾ ਤੋਂ ਬਿਨਾਂ ਖੇਤਰੀ ਪਾਰਟੀਆਂ ਇਕੱਠੀਆਂ ਹੋ ਕੇ ਕੋਈ ਬਦਲ ਦੇਣ। ਜੀ ਓਲੰਪਿਕ ਦੇ ਵਿੱਚ ਬਹੁਤ ਵਰ੍ਹਿਆਂ ਬਾਅਦ 2 ਦਹਾਕਿਆਂ ਬਾਅਦ ਹੁਣ ਕਪਤਾਨੀ ਪੰਜਾਬ ਦਾ ਮੁੰਡਾ ਕਰ ਰਿਹਾ ਜੀ। ਜੀ ਗਿੱਲ ਸਾਹਿਬ, ਇਹ ਵੱਡੀ ਗੱਲ ਹੋਊਗੀ। ਭਾਰਤੀ ਹਾਕੀ ਟੀਮ ਓਲੰਪਿਕ ਦੇ ਲਈ ਚੁਣੀ ਗਈ ਹੈ ਔਰ ਭਾਰਤੀ ਹਾਕੀ ਟੀਮ ਦੇ ਵਿੱਚ ਜਿਹੜੇ ਖਿਡਾਰੀ ਚੁਣੇ ਗਏ ਨੇ ਉਹਦੇ ਚੋਂ 16 ਖਿਡਾਰੀ ਟੋਟਲ ਚੁਣੇ ਗਏ ਨੇ ਔਰ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ 16 ਦੇ ਵਿੱਚੋਂ 8 ਇਕੱਲੇ ਪੰਜਾਬ ਦੇ ਨੇ ਔਰ ਇਹ ਬੜੀ ਵੱਡੀ ਗੱਲ ਹੈ। ਦੂਸਰਾ ਇਹ ਕਿ ਵਾਕਈ 21 ਸਾਲਾਂ ਬਾਅਦ ਦੁਬਾਰੇ ਪੰਜਾਬ ਨੂੰ ਕਪਤਾਨੀ ਮਿਲੀ ਆ। ਪੰਜਾਬ ਦੇ ਹੁਣ ਤੱਕ 8 ਕਪਤਾਨ ਰਹੇ ਨੇ, ਲੇਕਿਨ ਹੁਣ ਜਿਹੜਾ ਇਸ ਵਾਰ ਦੀ ਟੋਕੀਓ ਓਲੰਪਿਕ ਦੇ ਵਿੱਚ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ ਕਪਤਾਨੀ ਕਰੂਗਾ। ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਪਲ ਹੈ। ਗਿੱਲ ਸਾਹਿਬ, ਪ੍ਰਗਟ ਸਿੰਘ ਹੋਰਾਂ ਦਾ ਪਿੰਡ ਵੀ ਮਿੱਠਾਪੁਰ ਹੀ ਹੈ। ਪ੍ਰਗਟ ਸਿੰਘ ਨੇ 2 ਵਾਰ ਓਲੰਪਿਕ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਆ ਬਤੌਰ ਕਪਤਾਨ ਔਰ ਉਸੇ ਪਿੰਡ ਦਾ ਜੰਪਲ ਤੋਂ ਇੱਕ ਪਿੰਡ ਨੂੰ 3ਜੀ ਵਾਰ ਮਾਣ ਮਿਲਿਆਗਾ ਕਪਤਾਨੀ ਕਰਨ ਦਾ। ਸੋ ਇਹ ਵੱਡੀ ਗੱਲ ਹੈਗੀ ਔਰ ਇਹਦੇ ਚ 8 ਖਿਡਾਰੀ ਨੇ ਜਿਹੜੇ ਪੰਜਾਬ ਦੇ ਨੇ। ਇੱਕ ਹੋਰ ਜਿਹੜੀ ਵੱਡੀ ਗੱਲ ਮੈਂ ਦੱਸਣੀ ਚਾਹੁੰਦਾ, ਗਿੱਲ ਸਾਹਿਬ ਆਪਣੇ ਸਰੋਤੇ ਸੁਣ ਕੇ ਹੈਰਾਨ ਹੋਣਗੇ ਕਿ ਜਿਹੜੀ ਇਸ ਵਾਰ ਭਾਰਤ ਦੀ ਹਾਕੀ ਟੀਮ ਚੁਣੀ ਗਈ ਆ ਉਹਦੇ ਚ ਇੱਕ ਮੁੰਡਾ ਉਹ ਚੁਣਿਆ ਗਿਆਗਾ ਜਿਹੜਾ ਮੂਰਥਲ ਢਾਬੇ ਤੇ ਭਾਂਡੇ ਸਾਫ਼ ਕਰਦਾ ਸੀ। ਬੜੇ ਗਰੀਬ ਘਰ ਦਾ ਇਹ ਮੁੰਡਾ ਔਰ ਬੜਾ ਹੀ ਗਰੀਬ ਪਰਿਵਾਰ ਦੇ ਵਿੱਚੋਂ ਔਰ ਮੂਰਥਲ ਦੇ ਮਸ਼ਹੂਰ ਢਾਬਿਆਂ ਦੇ ਉੱਤੇ ਸਫਾਈ ਦਾ ਕੰਮ ਕਰਦਾ ਸੀ। ਉੱਥੋਂ ਇਹਦੇ ਕੋਲੇ ਮੁੰਡੇ ਖੇਡਣ ਆਉਂਦੇ ਸੀ, ਉੱਥੋਂ ਇਹਨੂੰ ਸ਼ੌਂਕ ਪੈ ਗਿਆ ਹਾਕੀ ਖੇਡਣ ਦਾ। ਹਾਕੀ ਦੇ ਮੈਦਾਨ 'ਚ ਜਾਣ ਲੱਗ ਗਿਆ, ਢਾਬੇ ਤੇ ਵੀ ਕੰਮ ਕਰਦਾ ਰਿਹਾ, ਹਾਕੀ ਦੇ ਗਰਾਊਂਡਾਂ ਦੇ ਵਿੱਚ ਵੀ ਆਪਦਾ ਪਸੀਨਾ ਬਹਾਉਂਦਾ ਰਿਹਾ ਤੇ ਅੱਜ ਉਹ ਮੁੰਡਾ ਗਾ ਜਿਹੜਾ ਉਹ ਓਲੰਪਿਕ ਦੇ ਵਿੱਚ ਭਾਰਤੀ ਟੀਮ ਦੇ ਵਿੱਚ ਹਰਿਆਣੇ ਦੇ ਵਿੱਚੋਂ ਚੁਣਿਆ ਗਿਆ ਗਾ। ਜੀ ਅੱਛਾ ਜੀ, ਨਿਹੰਗ ਸਿੰਘ ਧਰਨੇ ਤੇ ਬੈਠੇ ਫੜ ਲਏ ਤੇ ਫਿਰ ਛੱਡਣੇ ਪਏ? ਬਿਲਕੁਲ ਗਿੱਲ ਸਾਹਿਬ, ਔਰ ਚੰਡੀਗੜ੍ਹ ਦੇ ਵਿੱਚ ਨਿਹੰਗ ਸਿੰਘ ਬਹੁਤ ਹੀ ਬੁੱਧੀਜੀਵੀ ਤੌਰ ਦੇ ਉੱਤੇ ਵੀ ਮਸ਼ਹੂਰ ਹੈ। ਉਹ ਉੱਥੇ ਧਰਨੇ ਦੇ ਉੱਤੇ ਬੈਠੇ ਸੀਗੇ। ਉੱਥੋਂ ਉਹਨਾਂ ਨੂੰ ਜਿਹੜਾ ਸੈਕਟਰ 16 ਸਥਿਤ ਮਟਕਾ ਚੌਂਕ ਦੇ ਧਰਨੇ ਤੋਂ ਅਰੈਸਟ ਕੀਤਾ ਗਿਆ। ਲਾਭ ਸਿੰਘ ਦਾ ਜਿਹੜਾ ਟੈਂਟ ਹੈਗਾ ਉਹ ਪੁੱਟ ਲਿਆ ਗਿਆ ਪੁਲਿਸ ਨੇ ਔਰ ਲਾਭ ਸਿੰਘ ਜੀ ਨੂੰ ਜਿਹੜਾ ਅਰੈਸਟ ਕਰਕੇ ਲੈ ਗਈ। ਲੇਕਿਨ ਕਿਸਾਨਾਂ ਦਾ ਏਕਤਾ ਔਰ ਸੰਯੁਕਤ ਮੋਰਚੇ ਦੇ ਦਿੱਲੀ ਬੈਠੇ ਕਿਸਾਨਾਂ ਨੇ ਵੀ ਜ਼ੋਰ ਲਾਇਆ, ਜਿਸ ਤੋਂ ਬਾਅਦ ਪੁਲਿਸ ਨੂੰ ਲਾਭ ਸਿੰਘ ਨੂੰ ਰਿਹਾ ਕਰਨਾ ਪਿਆ ਔਰ ਦੁਬਾਰੇ ਫੇਰ ਕਿਸਾਨਾਂ ਨੇ ਜਿਹੜਾ ਉਹ ਧਰਨਾ ਚੰਡੀਗੜ੍ਹ ਦੇ ਵਿੱਚ ਸ਼ੁਰੂ ਕਰ ਦਿੱਤਾ ਹੈਗਾ। ਉਧਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਹਰਿਆਣਾ 'ਚ ਲਗਾਤਾਰ ਵਿਰੋਧ ਹੋ ਰਿਹਾ। ਹਰਿਆਣਾ ਦਾ ਸਿੱਖਿਆ ਮੰਤਰੀ ਉਦਘਾਟਨ ਕਰਨ ਆਉਣਾ ਸੀ, ਕਿਸਾਨਾਂ ਦੇ ਵਿਰੋਧ ਕਰਨ ਆਇਆ ਨਹੀਂ। ਦੁਸ਼ਯੰਤ ਜ਼ਰੂਰ ਇੱਕ ਯੂਨੀਵਰਸਿਟੀ ਦਾ ਉਦਘਾਟਨ ਕਰ ਗਿਆ, ਲੇਕਿਨ ਉਹ ਅੰਦਰ ਉਦਘਾਟਨ ਕਰ ਰਿਹਾ ਸੀ ਤਾਂ ਬਾਹਰ ਉੱਥੇ ਵੀ ਨਾਅਰੇਬਾਜ਼ੀ ਹੋ ਰਹੀ ਸੀ। ਹੁਣ 26 ਜੂਨ ਨੂੰ 7 ਮਹੀਨੇ ਪੂਰੇ ਹੋਣੇ ਨੇ ਕਿਸਾਨ ਅੰਦੋਲਨ ਦੇ ਦਿੱਲੀ ਬੈਠਿਆਂ ਦੇ। 26 ਜੂਨ ਨੂੰ ਸਾਰੇ ਦੇਸ਼ ਦੇ ਜਿਹੜੇ ਰਾਜਪਾਲ ਨੇ ਉਹਨਾਂ ਨੂੰ ਮੰਗ ਪੱਤਰ ਦੇਣੇ ਨੇ ਪ੍ਰੋਟੈਸਟ ਕਰਕੇ। ਸੋ ਪੰਜਾਬ ਹਰਿਆਣਾ ਦੇ ਕਿਸਾਨ ਚੰਡੀਗੜ੍ਹ ਪਹੁੰਚਣਗੇ 26 ਜੂਨ ਨੂੰ। ਜੀ ਗੱਲ ਸਾਹਿਬ। ਅੱਛਾ ਜੀ, ਅਖੀਰ ਦੀ ਇੱਕ ਹੋਰ ਖਬਰ ਜਿਹੜੀ ਹੈ ਉਸ ਨੂੰ ਵੀ ਸੁਣਾ ਦਿਓ ਕਿ ਸ਼ਰਾਬ ਦੀ ਫੈਕਟਰੀ ਪਟਿਆਲੇ ਕੋਲੋਂ ਫੇਰ ਫੜ ਲਈ। ਜੀ ਗੱਲ ਸਾਹਿਬ, ਇਹ
ਖਾਸੀ ਵੱਡੀ ਗੱਲ ਹੈਗੀ ਕਿ ਨੱਕ ਦੇ ਥੱਲੇ ਹੀ ਇਹ ਸਾਰਾ ਕੁਛ ਆ ਜਿਹੜਾ ਉਹ ਹੋਈ ਜਾਂਦਾ ਗਾ। ਸੋ ਸ਼ਾਹੀ ਸ਼ਹਿਰ ਆ ਜੀ ਪਟਿਆਲਾ, ਪਟਿਆਲੇ ਦੇ ਮਹਾਰਾਜਾ ਪੰਜਾਬ ਦੇ ਮੁੱਖ ਮੰਤਰੀ ਨੇ, ਔਰ ਪਟਿਆਲੇ ਸ਼ਹਿਰ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਪਿੰਡ ਚੌਰਾ ਪਿੰਡ ਦੇ ਵਿੱਚ ਸ਼ਰਾਬ ਦੀ ਨਜਾਇਜ਼ ਫੈਕਟਰੀ ਹੈ ਜਿਹੜੀ ਉਹ ਅੱਜ ਪੁਲਿਸ ਨੇ ਫੜੀ ਹੈ, ਔਰ ਭਾਰੀ ਗਿਣਤੀ ਦੇ ਵਿੱਚ ਉੱਥੋਂ ਸਮਾਨ ਜਿਹੜਾ ਉਹ ਬਰਾਮਦ ਹੋਇਆ। ਦੇਸ਼ੀ ਸ਼ਰਾਬ ਦੀਆਂ 41,000 ਬੋਤਲਾਂ ਲੇਬਲ ਲੱਗੀਆਂ ਹੋਈਆਂ ਫੜੀਆਂ, 16,000 ਖਾਲੀ ਬੋਤਲਾਂ, ਢੱਕਣਾਂ ਦੇ ਸੀਲ ਲਾਉਣ ਵਾਲੀ ਮਸ਼ੀਨ, ਫਾਰਚੂਨਰ ਗੰਟੀ ਔਰ ਬੋਟਲਿੰਗ ਪਲਾਂਟ, 10,000 ਢੱਕਣ, 850 ਪੀਸ ਪੈਕਿੰਗ ਡੱਬੇ, 880 ਲੀਟਰ ਫਲੇਵਰ, 7,000 ਸੀਲਾਂ ਬਰਾਮਦ ਹੋਈਆਂ ਨੇ। 3 ਵਿਅਕਤੀਆਂ ਨੂੰ ਅਰੈਸਟ ਕੀਤਾ ਔਰ ਵੱਡੀ ਗੱਲ ਹੈਗੀ ਇਹ ਲਗਾਤਾਰ ਸਾਰਾ ਕੁਝ ਹੋ ਰਿਹਾ ਹੈਗਾ। ਔਰ ਉਹ ਵੀ ਉਦੋਂ ਜਦੋਂ 4.5 ਸਾਲ ਪਹਿਲਾਂ ਇਹੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿਹਾ ਸੀ ਕਿ 4 ਹਫ਼ਤਿਆਂ 'ਚ ਨਸ਼ਿਆਂ ਦਾ ਲੱਕ ਤੋੜ ਦੂੰ। 4.5 ਸਾਲ ਹੋ ਗਏ, ਅੱਜ ਵੀ ਉਹਨਾਂ ਦੇ ਸ਼ਹਿਰ ਦੇ ਪੈਰਾਂ 'ਚੋਂ ਸ਼ਰਾਬ ਦੀ ਫੈਕਟਰੀ ਫੜੀ ਗਈ ਆ। ਸੋ ਇਹ ਵੱਡੀ ਗੱਲ ਹੈ। ਜਦੋਂ ਇੱਕ ਇਲੈਕਸ਼ਨ ਦੀ ਤਿਆਰੀ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਜੇ ਇਹ ਸਾਰਾ ਕੁਝ ਹੋ ਰਿਹਾ ਹੈਗਾ ਤਾਂ ਇਹਦੇ ਤੇ ਜ਼ਰੂਰ ਗੌਰ ਕਰਨ ਦੀ ਲੋੜ ਹੈ ਕਿ ਇਹ ਸਾਰੇ ਮਸਲੇ ਦੀ ਜੜ ਕਿੱਥੇ ਹੈ। ਜੀ ਧੰਨਵਾਦ ਜੀ, ਕੱਲ ਸਵੇਰੇ ਫੇਰ ਗੱਲਬਾਤ ਹੋਏਗੀ। ਸ਼ੁਕਰੀਆ ਜੀ। ਜੀ ਸਾਰਿਆਂ ਦਾ ਟੋਰਾਂਟੋ ਵੱਲੋਂ ਫੇਰ ਖਬਰਾਂ ਆ ਰਹੀਆਂ ਨੇ। ਟੋਰਾਂਟੋ ਪੁਲਿਸ ਨੇ ਅਮਰੀਕਨ ਪੁਲਿਸ ਨਾਲ ਰਲ ਕੇ, ਅਮਰੀਕਨ ਕਾਊਂਟਰਪਾਰਟਸ ਨਾਲ ਰਲ ਕੇ ਫੇਰ ਇੱਕ ਗਰੋਹ ਫੜਿਆ ਜਿਹਦੇ ਵਿੱਚ 5-6 ਆਪਣੇ ਨਾਂ ਫੇਰ ਆ ਰਹੇ ਨੇ। ਅਮਰਵੀਰ ਸਿੰਘ ਸਰਕਾਰੀਆ ਕੇਲਡਨ ਦੇ ਹੀ ਨੇ ਜ਼ਿਆਦਾ, ਪਹਿਲੇ ਵੀ ਕੇਲਡਨ ਦੇ ਸੀ, 25 ਸਾਲ ਦਾ। ਹਰਬਲਜੀਤ ਸਿੰਘ ਤੂਰ 46 ਸਾਲ ਦਾ ਕੇਲਡਨ। ਹਰਵਿੰਦਰ ਕੌਰ ਭੁੱਲਰ 43 ਵਰ੍ਹਿਆਂ ਦੀ ਕੇਲਡਨ। ਗੁਰਵੀਰ ਧਾਲੀਵਾਲ 26 ਵਰ੍ਹਿਆਂ ਦਾ ਕਿਚਨਰ ਦਾ। ਗੁਰਮਨਪ੍ਰੀਤ ਗਰੇਵਾਲ 26 ਵਰ੍ਹਿਆਂ ਦਾ ਕਿਚਨਰ ਦਾ। ਸੁਖਵੰਤ ਬਰਾੜ 37 ਵਰ੍ਹਿਆਂ ਦਾ ਬਰੈਂਪਟਨ ਦਾ। ਪਰਮਿੰਦਰ ਗਿੱਲ 33 ਵਰ੍ਹਿਆਂ ਦਾ ਬਰੈਂਪਟਨ ਦਾ। ਸਿਰੇ ਆ ਕਹਾਣੀ। ਖਬਰ 1 ਟਨ ਦੇ ਕਰੀਬ ਇਹਨਾਂ ਨੇ ਵੀ ਨਿਗਾਈਆਂ। ਸਰੀ ਦਾ ਸੀ ਜੇਸਨ ਹਾਲ, ਇੱਕ ਜਿਹੜਾ ਟਰੈਪ ਮੇਕਰ ਸੀ। ਹਾਈਡ੍ਰੋਲਿਕ ਸਿਸਟਮ ਲਾਤੇ ਟ੍ਰੇਲਰਾਂ ਦੇ ਵਿੱਚ ਤੇ ਟਰੱਕਾਂ ਦੇ ਵਿੱਚ, ਜਿਹਦੇ ਵਿੱਚ ਡਰੱਗ ਰੱਖਦੇ ਸੀ। ਹਾਈਡ੍ਰੋਲਿਕ ਸਿਸਟਮ ਪੂਰਾ, ਮਤਲਬ ਸਿਸਟਮ ਹੋਣਾ ਕੋਈ ਪੰਪ, ਅੱਗੇ ਜਗ੍ਹਾ ਬਣਾਈ ਹੋਣੀ ਹੈ, ਹਾਈਡ੍ਰੋਲਿਕ ਦੇ ਨਾਲ ਅੱਗੇ ਡਰੱਗ ਰੱਖ ਦੇਣੀ ਤੇ ਹਾਈਡ੍ਰੋਲਿਕ ਦੇ ਸਿਸਟਮ ਨਾਲੇ ਕੱਢਣੀ। ਪੁਲਿਸ ਨੇ 444 ਕਿਲੋ ਕੋਕੀਨ ਫੜੀ ਆ, 182 ਕਿਲੋ ਕ੍ਰਿਸਟਲ ਮੈਥ ਫੜੀ ਆ, 427 ਕਿਲੋ ਸੁੱਖਾ ਫੜਿਆ, 300 ਆਕਸੀਕੋਡੀਨ ਦੀਆਂ ਗੋਲੀਆਂ ਫੜੀਆਂ, 9,66,000 ਕੈਨੇਡੀਅਨ ਕਰੰਸੀ, 21 ਜਿਹੜੇ ਵਹੀਕਲ, 5 ਟਰੈਕਟਰ ਟ੍ਰੇਲਰ ਤੇ 1 ਫਾਇਰ ਆਰਮ। ਇਉਂ ਕੜਮਚੂ ਬੋਲਦਾ, ਉਹ ਕਹਿੰਦਾ ਦਿਹਾੜੀ ਜੋਤੇ ਦਾ ਕੀ ਫਾਇਦਾ। ਸ਼ਾਹ ਪ੍ਰਗਟ ਸਿੰਘ ਉਹਨਾਂ ਨਾਲ ਕਨਫਰਮ ਹੋ ਗਈ ਜੀ। ਗੱਲਬਾਤ ਸ਼ੁਰੂ ਕਰਦੇ ਹਾਂ 5 ਮਿੰਟਾਂ ਦੇ ਵਿੱਚ। ਧੰਨਵਾਦ ਹੈ, ਉਹ ਕਹਿੰਦੇ ਮੈਂ ਟਰੈਵਲਿੰਗ ਨਹੀਂ ਕਰ ਰਿਹਾ, ਅਸੀਂ ਦਿੱਲੀੋਂ ਹੀ ਹਾਂ। ਤੇ ਮਨਜੀਤ ਸਿੰਘ ਉਹਨਾਂ ਦਾ ਧੰਨਵਾਦ ਜਿਹੜੇ ਆਰਗੇਨਾਈਜ਼ ਕਰਾ ਦਿੰਦੇ ਆ, ਤੇ ਪਰਮਿੰਦਰ ਸਿੰਘ ਅਟਵਾਲ। ਜਿਸ ਤਰ੍ਹਾਂ ਮੂਲ ਵਾਸੀਆਂ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਜਦ ਦੇ 215 ਪਿੰਜਰ ਜਿਹੜੇ ਕੈਮਲੂਪਸ ਦੇ ਵਿੱਚ ਮਿਲੇ ਨੇ। ਸਿੱਖ ਰਾਈਡਰਸ ਆਫ ਕੈਨੇਡਾ ਨੇ ਰਾਈਡ ਕੀਤੀ ਸੀ, ਅਸੀਂ ਮੋਟਰਸਾਈਕਲਾਂ ਤੇ ਪਹੁੰਚ ਕੇ ਉੱਥੇ, ਤੇ ਬਹੁਤ ਵੱਡੀ ਇੱਕ ਸ਼ੋਕ ਸਭਾ ਸੀ। ਕੱਲ ਇੰਟਰਨੈਸ਼ਨਲ ਇੰਡੀਜਨਸ ਡੇ ਸੀ ਤੇ ਉਹਦੇ ਲਈ ਵੀ ਕੈਂਡਲ ਲਾਈਟ ਵਿਜ਼ਲ ਹੋਇਆ ਵੈਨਕੂਵਰ ਡਾਊਨਟਾਊਨ ਦੀ ਆਰਟ ਗੈਲਰੀ 'ਚ। ਕੱਲ ਫੇਰ ਸਿੱਖ ਰਾਈਡਰਸ ਆਫ ਕੈਨੇਡਾ ਨੇ ਨੇ ਖਾਸ ਤੌਰ ਤੇ ਸਾਡੇ ਐਬਸਫੋਰਡ ਦੇ ਚੈਪਟਰ ਨੇ ਜਿਹੜਾ ਉੱਥੋਂ ਆ ਕੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ। ਵੀਰਵਾਰ ਨੂੰ ਆਪਾਂ, ਕਿਉਂਕਿ ਇਹਦੀ ਲੜੀ ਚਲਾਈ ਹੋਈ ਹੈ ਇੰਡੀਜਨਸ ਡੇ ਦੀ, ਉਸ ਦਿਨ ਚੀਫ ਵਿਲਸਨ ਜਿਹੜੇ ਜੂਡੀ ਰੇਬੋਲਡ ਵਿਲਸਨ ਦੇ ਪਿਤਾ ਜੀ ਨੇ, ਚੀਫ ਨੇ ਉਹ, ਇੱਕ ਵਾਰ ਪਹਿਲਾਂ ਵੀ ਉਹਨਾਂ ਨਾਲ ਗੱਲ ਕੀਤੀ ਜਦ ਜੂਡੀ ਵਿਲਸਨ ਨੂੰ ਕੱਢਿਆ ਸੀ ਲਿਬਰਲ ਨੇ, ਉਹਨਾਂ ਨਾਲ ਵੀਰਵਾਰ ਨੂੰ ਗੱਲਬਾਤ ਕਰਾਂਗੇ। ਹੁਣ ਅੱਜ ਦਾ ਪੰਜਾਬ, ਤੀਜੀ ਇਹਦੀ ਸੈਗਮੈਂਟ, ਜਿਹੜੀ ਤੀਜੀ ਕੜੀ ਜਿਹੜੀ ਅੱਜ ਦੇ ਪੰਜਾਬ ਸੈਗਮੈਂਟ ਦੀ, ਉਸ ਦੀ ਗੱਲਬਾਤ ਹੋਵੇਗੀ ਤੇ ਸਰਦਾਰ ਪ੍ਰਗਟ ਸਿੰਘ ਮੇਰੇ ਨਾਲ ਨੇ। ਸਰਦਾਰ ਪ੍ਰਗਟ ਸਿੰਘ ਜੀ, ਤੁਹਾਡਾ ਧੰਨਵਾਦ ਬਹੁਤ ਬਹੁਤ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਬਹੁਤ ਬਹੁਤ ਜੀ। ਅੱਜ ਤੁਹਾਡੇ ਰੁਝੇਵੇਂ ਵੱਧ ਸੀ, ਫਿਰ ਵੀ ਤੁਸੀਂ ਸਮਾਂ ਦਿੱਤਾ। ਇਹੀ ਫਿਰ ਖਿਡਾਰੀ ਦਾ ਫਰਕ ਹੈ, ਤਾਂ ਹੀ ਤੁਹਾਡਾ ਮਾਣ ਹੈ। ਤੁਸੀਂ
ਖਿਡਾਰੀ ਦਾ ਤੇ ਰਾਜਨੀਤਿਕ ਬਣਨਾ, ਦੋਨੇ ਚੀਜ਼ਾਂ ਡਿਸਪਲਿਨ ਤੇ ਸੱਚ ਤੇ ਪਹਿਰਾ ਦੇਣਾ ਹੈ। ਤੇ ਬੜੀ ਇੱਕ ਵਧੀਆ ਖਬਰ ਕਿ 21 ਵਰ੍ਹਿਆਂ ਬਾਅਦ ਮੁੰਡਾ ਕਪਤਾਨੀ ਕਰ ਰਿਹਾ ਜੀ, ਤੁਹਾਡੇ ਪਿੰਡ ਦਾ ਹੀ। ਹਾਂਜੀ ਬਿਲਕੁਲ ਜੀ, ਮਨਪ੍ਰੀਤ। ਅੱਛਾ, ਗੱਲਬਾਤ ਸ਼ੁਰੂ ਕਰੀਏ ਜੀ। ਦੇਖੋ, ਕੰਨਾਂ ਨੂੰ ਬਹੁਤ ਵਧੀਆ ਲੱਗਦਾ ਹੁਣ ਤਾਂ ਵੇਖਣ ਨੂੰ, ਕਿਉਂਕਿ ਵੀਡੀਓਜ਼ ਨੇ ਤੇ ਜਿਹੜੇ ਨੇ ਚੈਨਲਾਂ ਵਾਲਿਆਂ ਨੂੰ ਆਨੰਦ ਆਇਆ ਪਿਆ ਤੇ 2-2 ਲੱਖ ਬੰਦਾ ਵੇਖ ਲੈਂਦਾ। ਅੱਜ ਇਹਨੇ ਕਹਿਤਾ, ਫਲਾਣੇ ਨੇ ਕਹਿਤਾ, ਕੇਜਰੀਵਾਲ ਅੰਮ੍ਰਿਤਸਰ ਆ ਗਿਆ, ਲక్ష్ਮੀਕਾਂਤ ਚਾਵਲਾ ਜੀ ਆ ਗਈ ਤੇ ਕੰਵਰ ਵਿਜੇ ਪ੍ਰਤਾਪ ਆ ਗਿਆ। ਇੱਧਰ ਪਟਿਆਲੇ 'ਚ ਖਲਾਰੇ ਪੈ ਗਏ ਤੇ ਉਹ ਕਹਿੰਦਾ ਵੀ ਜਿੱਤੇਗਾ ਪੰਜਾਬ ਤੇ ਨਵਜੋਤ ਸਿੰਘ ਸਿੱਧੂ। ਵਿਅਕਤੀਆਂ ਦਾ ਕਲੈਸ਼ ਹੋ ਰਿਹਾ ਜੀ, ਪਰਸਨੈਲਿਟੀ ਦਾ ਕਲੈਸ਼ ਹੋ ਰਿਹਾ। ਸਾਰੇ ਆਪਣੇ ਵੱਲੋਂ ਲਾਈਨ 'ਚ ਲੱਗ ਰਹੇ ਨੇ। ਮਨਪ੍ਰੀਤ ਬਾਦਲ ਬੋਲਦਾ ਨਹੀਂ, ਕਹਿੰਦੇ ਕੀ ਪਤਾ ਗੁਣਾ ਪੈ ਜਾਏ, ਚੁੱਪ ਕਰੇ ਤੇ ਮਾਝੇ ਵਾਲੇ ਅੱਡ ਨੇ। ਇਹ ਸਾਰੇ ਕਾਸੇ ਦੇ ਵਿੱਚ ਸਰਦਾਰ ਸਾਹਿਬ ਇਹ ਤਾਂ ਵਿਅਕਤੀਆਂ ਦੀ ਗੱਲ ਚੱਲ ਰਹੀ ਹੈ ਤੇ ਪੰਜਾਬ ਸਿਓ ਤਾਂ ਜੀ ਇਸ ਰੌਲੇ ਗੋਲੇ 'ਚ ਪਿੱਛੇ ਰਹਿ ਗਿਆ। ਇਹ ਬੰਦੇ ਆਪਣੀ ਸ਼ਖਸੀ ਚੀਜ਼ਾਂ ਤੋਂ ਪਰਾਂ ਹਟ ਕੇ ਪੰਜਾਬ ਬਾਰੇ ਬਾਕੀ ਜਿੰਨੇ ਰਾਜਨੀਤਿਕ ਨੇ, ਮੈਂ ਉਹਨਾਂ ਦੀ ਗੱਲ ਨਾ ਵੀ ਕਰਾਂ ਫਿਰ ਵੀ ਆਪਾਂ ਕ੍ਰਿਟਿਸਿਜ਼ਮ ਚਲੇ ਜਾਂਦੇ ਹਾਂ। ਤੁਸੀਂ ਜਦ ਇਹ ਲੜਦੇ ਨੇ ਜੀ, ਇਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ? ਵਾਕਈ ਪੰਜਾਬ ਦੀ ਸੁਹਿਰਦਤਾ ਲਈ ਆ ਜਾਂ ਨਿੱਜ ਬਹੁਤ ਹੈ ਇਹਦੇ 'ਚ? ਦੇਖੋ, ਇਹ ਨਾ ਅਨਫੋਰਚੂਨੇਟ ਹੈ ਕਿਉਂਕਿ ਗੱਲ ਤਾਂ ਇਸ਼ੂਜ਼ ਦੀ ਹੈਗੀ ਆ ਜੀ। ਤੇ ਇਸ਼ੂਜ਼ ਦੇ ਵਿੱਚ ਬੇਸਿਕਲੀ ਸਰਕਾਰ ਦਾ ਵੀ ਜ਼ੋਰ ਲੱਗਿਆ ਹੋਇਆ ਵੀ ਇਹਨੂੰ ਡਾਇਵਰਟ ਕਰਕੇ 2 ਗਰੁੱਪਾਂ ਦੀ ਲੜਾਈ ਬਣਾ ਦਈਏ। ਤੇ ਉਹਦੇ ਵਿੱਚ ਸੁੱਖ ਨਾਲ ਮੀਡੀਆ ਦਾ ਵੀ ਬੜਾ ਵੱਡਾ ਰੋਲ ਜਿਹੜਾ ਹੁੰਦਾ, ਔਰ ਉਹ ਜ਼ੋਰ ਲੱਗਿਆ ਆ ਵੀ ਇਹ ਪਰਸਨੈਲਿਟੀਜ਼ ਦੀ ਲੜਾਈ ਬਣਾ ਦਈਏ ਤਾਂ ਕਿ ਇਹਨਾਂ ਨੂੰ ਰਿਸਰਚ ਅਦਰਵਾਈਜ਼ ਕਰਨੀ ਪਊਗੀ ਕਿ ਕਿਹੜੇ ਇਸ਼ੂ ਹੈਗੇ, ਉਹਨੂੰ ਕਿੱਦਾਂ ਸੋਲਵ ਕੀਤਾ ਜਾ ਸਕਦਾ। ਤੇ ਉਹ ਫਿਰ ਤੁਹਾਡੇ ਕੋਲ ਮਸਾਲਾ ਉਹਨਾਂ ਨਹੀਂ ਬਣਦਾ ਤੇ ਜਿੰਨਾ ਮਸਾਲਾ ਇਸ ਤਰ੍ਹਾਂ ਬਣਦਾ ਵੀ ਹਾਂ ਵੀ ਨਵਜੋਤ ਸਿੱਧੂ ਨੇ ਅੱਜ ਆਹ ਕਹਿ ਦਿੱਤਾ, ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਹ ਕਹਿ ਦਿੱਤਾ, ਫਲਾਣੇ ਨੇ ਅੱਜ ਆਹ ਕਹਿ ਦਿੱਤਾ, ਫਲਾਣੇ ਨੇ ਅੱਜ ਆਹ ਕਹਿ ਦਿੱਤਾ। ਗੱਲ ਤਾਂ ਇੰਨੀ ਕਿਹਾ ਵੀ ਹਾਂ ਵੀ ਆਪਾਂ ਜਿਹੜੀਆਂ ਗੱਲਾਂ ਕਰਕੇ ਆਏ ਸੀ ਉਹਦੇ ਚੋਂ ਜਿਹੜੀਆਂ ਕਰਨ ਵਾਲੀਆਂ ਸੀ ਉਹ ਆਪਾਂ ਕਰ ਦਿੱਤੀਆਂ ਕਿ ਨਹੀਂ ਕਰ ਦਿੱਤੀਆਂ। ਜੇ ਨਹੀਂ ਕੀਤੀਆਂ ਤੇ ਆਪਾਂ ਕਰ ਦਈਏ, ਇਹ ਤਾਂ ਹੀ ਲੋਕਾਂ ਦੇ ਵਿੱਚ ਦੁਬਾਰਾ ਜਾਈਏ। ਪਰ ਅਨਫੋਰਚੂਨੇਟਲੀ ਉਧਰ ਨੂੰ ਲਿਜਾਣ ਦੀ ਬਜਾਏ ਕਦੀ ਸੱਜੇ ਨੂੰ ਕਦੀ ਖੱਬੇ ਨੂੰ, ਇਹ ਸਾਡੀ ਮੈਂ ਸਮਝਦਾ ਥਾਟ ਪ੍ਰੋਸੈਸ ਦੀ ਬਦਕਿਸਮਤੀ ਵੀ ਆ ਤੇ ਨਾਲ ਇੱਦਾਂ ਦੀ ਸੋਚ ਦੀ ਬਦਕਿਸਮਤੀ ਆ ਵੀ ਹਾਂ ਵੀ ਅਸੀਂ ਸੋਚਦੇ ਕੀ ਆ, ਕਿਉਂਕਿ ਅਸੀਂ ਕਿੰਨੇ ਕੁ ਸੁਹਿਰਦ ਆ। ਕਿਉਂਕਿ ਪਿੱਛੇ ਜਾ ਇੱਦਾਂ ਦੀਆਂ ਵੀ ਗੱਲਾਂ ਚੱਲੀਆਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਵੀ ਨਵਜੋਤ ਸਿੱਧੂ ਮੇਰੇ ਨਾਲ ਪਟਿਆਲਿਓਂ ਲੜ ਲਵੇ, ਮੈਂ ਜ਼ਮਾਨਤ ਜ਼ਬਤ ਕਰਾ ਦੂੰ। ਬਈ ਜ਼ਮਾਨਤ ਤਾਂ ਜ਼ਬਤ ਹੋ ਜੂ ਚਾਹੇ ਨਾ ਹੋ ਜੂ, ਪਰ ਉਹਦੇ ਨਾਲ ਮੁੱਦੇ ਖਤਮ ਹੋ ਜਾਣਗੇ, ਉਹਦੇ ਨਾਲ ਉਹ ਇਸ਼ੂ ਸੋਲਵ ਹੋ ਜਾਣਗੇ। ਜੇ ਤਾਂ ਇਸ਼ੂ ਸੋਲਵ ਹੋ ਜਾਣਗੇ ਫਿਰ ਤਾਂ ਲੜ ਲਓ, ਜੇ ਇਸ਼ੂ ਹੀ ਨਹੀਂ ਸੋਲਵ ਹੁੰਦੇ ਤਾਂ ਫਿਰ ਆਪਾਂ ਗੱਲ ਇਸ਼ੂਜ਼ ਦੀ ਕਰ ਲਈਏ। ਆਪਾਂ ਇੱਧਰ ਨੂੰ ਕਿਉਂ ਤੋੜਦੇ ਇਹਨਾਂ ਗੱਲਾਂ? ਜੀ। ਸੋ ਗੱਲ ਤਾਂ ਇਹ ਬਦਕਿਸਮਤੀ ਦੀ ਆ ਸਾਡੀ ਕਿ ਅਸੀਂ ਉਨੇ ਸੁਹਿਰਦ ਨਹੀਂ ਜਿੰਨੇ ਸੁਹਿਰਦ ਸਾਨੂੰ ਹੋਣਾ ਚਾਹੀਦਾ। ਬਿਲਕੁਲ ਜੀ। ਅੱਛਾ, ਮੁੱਦਿਆਂ ਤੇ ਆਈਏ ਜੀ। ਇੱਕ ਮੈਂ ਇਹਦੇ ਵਿੱਚ ਹੀ ਟੂਕ ਮਾਤਰ ਗੱਲ ਕਰਨੀ ਚਾਹੁੰਦਾ। ਮੈਂ ਨਿੱਜੀ ਤੌਰ ਤੇ ਇਸ ਗੱਲ ਦਾ ਮੇਰਾ ਮਨ ਹੈ ਕਿ ਵਕਤ ਰਹਿੰਦਿਆਂ ਜਦ ਡੂਮਣੀ ਖੁੰਝ ਗਈ ਫਿਰ ਆਲ ਪਟਾਲ ਉਹਦਾ ਕੋਈ ਫਾਇਦਾ ਨਹੀਂ। ਉਹ ਆਲ ਪਤਾਲ ਜਿੰਨੀ ਮਰਜ਼ੀ ਗਾਈ ਜਾਵੇ, ਜੇ ਗੱਲ ਰਹਿੰਦੇ ਵਕਤ ਤੇ ਨਹੀਂ ਕੀਤੀ। ਤੁਸੀਂ ਰਾਈਟਿੰਗ 'ਚ ਲਿਖਿਆ, ਫਿਰ ਗੱਲਾਂ ਕੀਤੀਆਂ, ਫਿਰ ਪਿਛਲੇ 4 ਸਾਲ ਰੈਗੂਲਰ ਪ੍ਰੋਸੈਸ ਤੇ ਰਹੇ ਤੇ ਇਸ ਤੇ ਸਾਰਥਕਤਾ ਵੀ ਆ। ਤੁਸੀਂ ਗੱਲ ਕਰ ਰਹੇ ਹੋ, ਲੋਕ ਸੁਣ ਰਹੇ ਨੇ। ਜੇ ਹੁਣ 6 ਮਹੀਨੇ ਦੇ ਵਿੱਚ ਮੈਨੂੰ ਇਉਂ ਲੱਗਦਾ ਵੀ ਪੰਜਾਬ ਮੇਰੇ ਮੋਢਿਆਂ ਤੇ ਮੈਂ ਮੋਢਾ ਹਾਲਾਤ ਤਾਂ ਪੰਜਾਬ ਡਿੱਗ ਪੈਣਾ। ਇਸ ਲਈ ਲੋਕ ਸਿਆਣੇ ਹੋਣ। ਮੈਂ ਆਸਵੰਦ ਹਾਂ ਕਿ ਲੋਕ ਸਿਆਣੇ ਹੋਣਗੇ। 2 ਨੀਤੀਆਂ ਦੀ ਗੱਲ ਸਰਦਾਰ ਸਾਹਿਬ ਪਿਛਲੀ ਵਾਰ ਸਿਰਫ ਕੀਤੀ, ਲੋਕਾਂ ਨੇ ਦਿਲੋਂ ਉਸ ਚੀਜ਼ ਨੂੰ ਚਾਹਿਆ ਵੀ ਸਿਰਫ ਹਲੇ 2 ਚੀਜ਼ਾਂ, ਆਬਕਾਰੀ ਤੇ ਜਿਹੜੇ ਸਾਡੇ ਕੁਦਰਤੀ ਅਸਾਸੇ ਨੇ, ਰੇਤਾ ਤੇ ਬਜਰੀ ਸਾਡੀ। ਅੱਛਾ, ਇਸ ਤੋਂ ਅੱਗੇ ਜਿਹੜੀਆਂ ਚੀਜ਼ਾਂ ਨੇ ਤੇ ਇੱਕ ਇਹ ਤੋਂ ਵੀ ਅੱਗੇ ਜਾਣ ਤੋਂ ਪਹਿਲਾਂ ਜਿਹੜਾ ਇਹ ਪੰਜਾਬ ਦੇ ਸਿਰ ਤੇ ਸਾਡਾ ਕਰਜ਼ਾ ਹੈ, ਜਿਹੜਾ 3 ਲੱਖ ਕਰੋੜ ਤੱਕ ਹੋ ਜਾਣਾ ਜੀ, ਉਹ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਸੈਂਟਰ ਸਰਕਾਰ ਵੱਲੋਂ ਡਾਇਰੈਕਟ ਸਾਨੂੰ ਦਿੱਤਾ ਹੋਇਆ ਜਾਂ ਅਸੀਂ ਸਿੱਧਾ ਵੀ ਕਿਸੇ ਹੋਰ ਏਜੰਸੀ ਤੋਂ ਲਿਆ ਹੋਇਆ? ਤੇ ਇਹਨਾਂ ਕਰਜ਼ਿਆਂ ਦਾ ਜਿਵੇਂ ਬਾਕੀ ਸੂਬਿਆਂ ਨਾਲ ਜੇ ਤੁਸੀਂ ਮੁਲਾਂਕਣ ਕਰਨਾ ਹੋਵੇ, ਹਰਿਆਣੇ ਨਾਲ ਤੇ ਪੰਜਾਬ ਦਾ ਹੀ ਕਰਨਾ ਹੋਵੇ, ਉਹਦੇ ਕਰਜ਼ੇ ਤੇ ਪੰਜਾਬ ਦੇ ਕਰਜ਼ੇ
ਤੇ ਫਿਰ ਇਸ ਜਿਹੜੇ ਕਰਜ਼ੇ ਮੋੜਨੇ ਨੇ ਉਹਦਾ ਦਸਤੂਰ ਕੀ ਹੁੰਦਾ ਜੀ? ਮੈਂ ਇਹ ਸੁਣਨ ਵਾਲਿਆਂ ਨੂੰ ਸਮਝਾਉਣਾ ਚਾਹੁੰਦਾ ਵੀ ਕਰਜ਼ਾ ਕਹਿੰਦੇ ਕਿਹਨੂੰ ਨੇ ਕਿਸੇ ਸੂਬੇ ਤੇ? ਜੀ ਦੇਖੋ, ਜਿਹੜਾ ਤਾਂ ਅਸੀਂ ਦੇਖੋ ਕੁਛ ਤਾਂ ਗਵਰਨਮੈਂਟ ਆਫ ਇੰਡੀਆ ਜਿਹੜਾ ਸਾਨੂੰ ਉਹ ਬੇਸਿਕਲੀ ਗਰੰਟੀ ਦੇ ਉੱਤੇ ਦਿੰਦੀ ਹੈਗੀ ਆ ਕਰਜ਼ਾ, ਤੇ ਕੁਛ ਕਰਜ਼ਾ ਇਦਾਂ ਦਾ ਵੀ ਹੈਗਾ ਜਿਹੜਾ ਏਸ਼ੀਅਨ ਡਿਵੈਲਪਮੈਂਟ ਬੈਂਕ ਆ ਜਾਂ ਵਰਲਡ ਬੈਂਕ ਹੈਗੇ ਆ, ਉਹ ਅਲੱਗ-ਅਲੱਗ ਪ੍ਰੋਜੈਕਟਸ ਲਈ, ਚਾਹੇ ਉਹ ਸੀਵਰੇਜ ਸਿਸਟਮ ਲਈ ਆ, ਚਾਹੇ ਉਹ ਪਾਣੀ ਦੇ ਸਿਸਟਮ ਲਈ ਆ, ਜਾਂ ਹੋਰ ਅਲੱਗ-ਅਲੱਗ ਜਿਹੜੇ ਸਾਡੀਆਂ ਮੱਦਾਂ ਹੁੰਦੀਆਂ ਉਹਦੇ ਲਈ ਜਦੋਂ ਆਉਂਦਾ ਹੈਗਾ, ਕਿਉਂਕਿ ਉਨਾ ਚਿਰ ਤਾਂ ਉਹ ਠੀਕ ਹੁੰਦਾ ਵੀ ਜਿੰਨਾ ਚਿਰ ਅਸੀਂ ਸਾਡੀ ਆਮਦਨ ਦੇ ਸਰੋਤ ਤੇ ਇਹ ਬੈਲੈਂਸ ਬਣਿਆ ਰਵੇ। ਪਰ ਹੁਣ ਸਾਡੀ ਆਮਦਨ ਦੇ ਸਰੋਤ ਤਾਂ ਸਾਰੇ ਕਹਿ ਲਓ ਕਿ ਜਿੱਦਾਂ ਸਾਡੇ 30 ਤੋਂ 32 ਹਜ਼ਾਰ ਕਰੋੜ ਰੁਪਈਆ ਅਸੀਂ ਜਿਹੜਾ ਡੈਟ ਸਰਵਿਸ ਦਾ ਦਿੰਦੇ, ਮਤਲਬ ਜਿਹਨੂੰ ਵਿਆਜ ਆਪਾਂ ਕਹਿੰਦੇ ਆ, ਤੇ ਇੰਨੀਆਂ ਹੀ ਲਗਭਗ ਸਾਡੀਆਂ ਤਨਖਾਹਾਂ ਤੇ ਪੈਨਸ਼ਨ ਹੈਗੀਆਂ, ਤੇ 12,000 ਕਰੋੜ ਰੁਪਏ ਦੀ ਬਿਜਲੀ ਦੀ ਸਬਸਿਡੀ ਆ, ਤੇ 12,000 ਕਰੋੜ ਰੁਪਈਆ ਹੀ ਲਗਭਗ ਜਿਹੜਾ ਵੈਲਫੇਅਰ ਦੀਆਂ ਸਕੀਮ ਹੈਗੀਆਂ ਜੀ। ਸੋ ਸਾਨੂੰ ਇਹ ਲਗਭਗ 80 ਤੋਂ 85 ਹਜ਼ਾਰ ਕਰੋੜ ਰੁਪਈਆ ਜਿਹੜਾ, ਔਰ ਉਹ ਕਿਸੇ ਬਿਨਾਂ ਡਿਵੈਲਪਮੈਂਟ ਤੋਂ, ਪਰ ਸਾਡੀ ਜਿਹੜੀ ਅਰਨਿੰਗ ਆ ਉਹ 60 ਤੋਂ 65 ਹਜ਼ਾਰ ਕਰੋੜ ਰੁਪਈਆ ਇੱਕ ਸਾਲ ਆ ਨਾ ਜੀ ਇਹ? ਸੋ ਹਰ ਸਾਲ ਇਹ 1 ਸਾਲ ਦਾ। ਜੀ ਜੀ, ਅੱਛਾ ਜੀ। ਔਰ ਇਹ 1 ਸਾਲ ਦੇ ਵਿੱਚ ਅਸੀਂ ਬਿਨਾਂ ਕਿਸੇ ਡਿਵੈਲਪਮੈਂਟ ਤੋਂ, ਬਿਨਾਂ ਕਿਸੇ ਰਿਸਰਚ ਤੋਂ, ਬਿਨਾਂ ਕਿਸੇ ਐਜੂਕੇਸ਼ਨ ਸਿਸਟਮ ਨੂੰ ਇੰਪਰੂਵ ਕਰਨ ਤੋਂ, ਬਿਨਾਂ ਕਿਸੇ ਹੈਲਥ ਸਿਸਟਮ ਨੂੰ ਇੰਪਰੂਵ ਕਰਨ ਤੋਂ ਬਿਨਾਂ ਸਾਨੂੰ 20 ਤੋਂ 25 ਹਜ਼ਾਰ ਕਰੋੜ ਰੁਪਈਆ ਆਉਣ ਵਾਲੇ ਸਮੇਂ 'ਚ ਹਰ ਸਾਲ ਪੰਜਾਬ ਦਾ ਗੂਠਾ ਲਾਉਣਾ ਪਿਆ ਕਰੂਗਾ, ਜਸਟ ਇਹ ਬੇਸਿਕ ਜਿਹੜੀਆਂ ਰਿਕੁਆਇਰਮੈਂਟ ਹੈ ਉਹਨੂੰ ਪੂਰਾ ਕਰਨ ਲਈ। ਔਰ ਉਹਦੇ ਤੋਂ ਅੱਗੇ ਆਉਂਦੀ ਆ ਫਿਰ ਡਿਵੈਲਪਮੈਂਟ, ਉਹਦੇ ਤੋਂ ਬਾਅਦ ਜਿੰਨੀ ਵੀ ਡਿਵੈਲਪਮੈਂਟ ਕਰ ਲਈਏ ਜਾਂ ਜੋ ਵੀ ਇਸ਼ੂਜ਼ ਖੜ ਜਾਣ, ਤੇ ਉਹ ਪੈਸੇ ਜਿਹੜੇ ਆ ਉਹ ਲੱਗ ਚਾਹੀਦੇ ਆ। ਸੋ ਇਹ ਸਾਡਾ ਜਿਹੜਾ ਬੇਸਿਕ ਇਸ਼ੂਜ਼ ਹੈਗੇ ਆ, ਕਿਉਂਕਿ ਬਾਕੀ ਸੂਬੇ ਤਾਂ ਦੇਖੋ ਪਹਿਲਾਂ ਵੀ ਬਹੁਤ ਜ਼ਿਆਦਾ ਚੰਗੇ ਨਹੀਂ ਸੀ ਕਰਦੇ, ਕਿਉਂਕਿ ਉਹਨਾਂ ਦੇ ਨੈਚੁਰਲ ਸਰੋਤ ਤੇ ਪਲੱਸ ਉਹਨਾਂ ਦੇ ਲੋਕੀ ਬਹੁਤੇ ਮਿਹਨਤੀ ਨਹੀਂ ਸੀ। ਬਟ ਪੰਜਾਬ ਕਿਉਂਕਿ ਮੋਹਰੀ ਸੂਬਾ ਸੀ, 1984 ਚ ਸਾਡੇ ਤੇ ਪਹਿਲੀ ਵਾਰੀ 10 ਕਰੋੜ ਦਾ ਡੈਟ ਹੋਇਆ ਸੀ, ਜਦੋਂ 1984 ਦੇ ਵਿੱਚ ਸਾਡਾ ਬਜਟ ਪੇਸ਼ ਹੋਇਆ। ਉਹਦੇ ਤੋਂ ਬਾਅਦ ਵੱਧ ਕੇ ਇਹ ਹੌਲੀ ਹੌਲੀ, ਕਿਉਂਕਿ ਟੈਰੋਰਿਜ਼ਮ ਆ ਗਿਆ, ਇਹ 6-7 ਹਜ਼ਾਰ ਕਰੋੜ ਹੋ ਗਿਆ। ਫਿਰ ਉਹਦੇ ਤੋਂ ਬਾਅਦ ਹੌਲੀ ਹੌਲੀ ਕਰਦਾ ਇਹ ਜਦੋਂ 2002 ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਸੀ, ਤੇ ਉਦੋਂ 20 ਤੋਂ 22 ਹਜ਼ਾਰ ਕਰੋੜ ਸੀਗਾ। ਅੱਛਾ ਜੀ। ਲੇਕਿਨ ਜਦੋਂ ਉਹ 2002 ਤੋਂ ਲੈ ਕੇ 2007 ਦੀ ਸੀਗੀ, ਤਾਂ ਫਿਰ ਉਦੋਂ 42 ਹਜ਼ਾਰ ਕਰੋੜ ਹੋ ਗਿਆ। ਸੋ ਹੌਲੀ ਹੌਲੀ ਪਿਛਲੇ 10 ਸਾਲਾਂ 'ਚ ਜਦੋਂ ਇਹ ਖਾਸ ਕਰਕੇ ਸੁਖਬੀਰ ਬਾਦਲ ਨੇ ਇਹ ਬਹੁਤ ਵੱਡੇ ਲੈਵਲ ਤੇ ਜਿਹੜੇ ਲੋਨ ਲਏ, ਜਿਹੜੇ ਆਪਾਂ ਕਹਿੰਦੇ ਆ ਨਾ ਵੀ ਡਿਵੈਲਪਮੈਂਟ ਬੜੀ ਹੋਈ, ਉਹ ਬੇਸਿਕਲੀ ਲਾਇਆ ਤਾਂ ਗੂਠਾ ਹੀ ਆ। ਔਰ ਉਸ ਗੂਠੇ ਦਾ ਨੁਕਸਾਨ ਇਹ ਹੋਇਆ ਵੀ ਹੁਣ ਅਸੀਂ ਜਿਹੜਾ ਡੈਟ ਸਰਵਿਸ ਹੀ ਆ ਉਹ ਇੰਨਾ ਜ਼ਿਆਦਾ ਹੋ ਗਿਆ ਵੀ ਉਹ ਸਾਡੇ ਲਈ ਟੋਲਰੇਬਲ ਨਹੀਂ ਰਿਹਾ। ਔਰ ਆਉਣ ਵਾਲੇ ਸਮੇਂ 'ਚ ਜੇ ਅਸੀਂ ਇਹਦੇ ਤੇ ਬਹੁਤੇ ਸੀਰੀਅਸ ਨਾ ਹੋਏ, ਤੇ ਆਉਣ ਵਾਲੇ ਸਮੇਂ 'ਚ ਜਿਹੜੀ ਸਾਡਾ ਡੈਟ ਆ ਉਹ ਹੋਰ ਵਧੂਗਾ, ਕਿਉਂਕਿ ਠੀਕ ਆ ਭਈ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰਾਪਰਟੀਜ਼ ਪਲੈਜ ਕਰਕੇ, ਕੋਈ ਨਾ ਕੋਈ ਸਵਰਨ ਗਰੰਟੀ ਦੇ ਕੇ ਤਾਂ ਅਸੀਂ ਲੋਨ ਜਿਹੜੇ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਜਾਂ ਵਰਲਡ ਬੈਂਕ ਤੋਂ ਲੈ ਲਾਂਗੇ। ਬਟ ਐਟ ਦਾ ਸੇਮ ਟਾਈਮ ਆਉਣ ਵਾਲੇ ਸਮਿਆਂ ਲਈ ਅਸੀਂ ਆਪਣੇ ਸਿਸਟਮ ਨੂੰ ਇੱਕ ਕਿਸਮ ਦਾ ਗਿਰਵੀ ਰੱਖੀ ਜਾਂਦੇ ਆ, ਔਰ ਉਹਦਾ ਨੁਕਸਾਨ ਇਹ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਾਡਾ ਐਜੂਕੇਸ਼ਨ ਸਿਸਟਮ ਇੰਪਰੂਵ ਹੋਊਗਾ, ਨਾ ਸਾਡਾ ਹੈਲਥ ਸਿਸਟਮ ਇੰਪਰੂਵ ਹੋਊਗਾ। ਉਹ ਅਲਟੀਮੇਟਲੀ ਪੈਣਾ ਤਾਂ ਸਾਡੇ ਉੱਤੇ ਹੀ ਆ। ਔਰ ਸਾਡੇ ਜਿਹੜੇ ਸੋਰਸਸ ਹੈਗੇ ਆ ਉਹ ਇਹੀ ਆ ਵੀ ਜਾਂ ਤਾਂ ਸਾਡੇ ਕੋਲ ਐਕਸਾਈਜ਼ ਹੈ, ਜਾਂ ਫਿਰ ਸਾਡੇ ਨੈਚੁਰਲ ਸਰੋਤ ਹੈਗੇ ਆ, ਜਾਂ ਸਾਡੇ ਕੋਲ 2 ਤੋਂ 2.5 ਲੱਖ ਏਕੜ ਜ਼ਮੀਨ ਹੈ ਜਿਹੜੀ ਲੋਕਾਂ ਨੇ ਕਬਜ਼ੇ ਥੱਲੇ ਕੀਤੀ ਹੋਈ ਆ। ਔਰ ਉਹਦੇ ਤੋਂ ਕਾਫੀ ਜਿਹੜੀ ਜਨਰੇਸ਼ਨ ਹੋ ਸਕਦੀ ਆ, ਕਿਉਂਕਿ ਇੱਕ ਪਿੱਛੇ ਜਿਹੇ ਅੱਜ ਤੋਂ 10 ਸਾਲ ਪਹਿਲਾਂ ਜਾਂ 12 ਸਾਲ ਪਹਿਲਾਂ ਇੱਕ ਕਮਿਸ਼ਨ ਵੀ ਬਣਿਆ ਸੀਗਾ, ਜਿਹਦੇ ਵਿੱਚ ਇਹ ਆਇਡੈਂਟੀਫਾਈ ਹੋਇਆ ਸੀਗਾ ਵੀ ਇਹ ਐਗਜ਼ੈਕਟ ਫਿਗਰ ਤਾਂ ਨਹੀਂ, ਪਰ ਮੇਰਾ ਖਿਆਲ ਹੈ 2.5 ਲੱਖ ਏਕੜ ਜਿਹੜੀ ਉਹ ਹੈਗੀ ਆ। ਤੇ ਜੇ ਉਹਨੂੰ ਅਸੀਂ ਛਡਾ ਲੈਂਦੇ ਆ ਤਾਂ ਉਹ ਕਾਫੀ ਵੱਡਾ ਰਿਸੋਰਸ ਜਿਹੜਾ ਬਣ ਸਕਦਾ ਆ। ਜਾਂ ਫਿਰ ਜੇ ਨਹੀਂ ਵੀ ਛਡਾ ਹੁੰਦੇ ਤਾਂ ਫਿਰ ਕਮ ਸੇ ਕਮ ਉਹਨਾਂ ਨੂੰ ਅਲਾਟ ਕਰ ਦਿੱਤੀ ਜਾਵੇ, ਤਾਂ ਕਿ ਉਹਦਾ ਰੈਵਨਿਊ ਜਨਰੇਸ਼ਨ ਕਰਕੇ ਉਹ ਇੰਨੇ ਕੁ ਪੈਸੇ ਆ ਸਕਦੇ ਆ ਵੀ ਸਾਡਾ ਇੱਕ ਵਾਰੀ ਆਲਮੋਸਟ ਲੋਨ ਜਿਹੜਾ ਉਹ ਬਰਾਬਰ ਹੋ ਸਕਦਾ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ, ਕਿਉਂਕਿ ਜਿੰਨਾ ਚਿਰ ਅਸੀਂ ਖਾਸ ਕਰਕੇ ਸਾਡੀ ਜਿਹੜੀ ਐਗਰੀਕਲਚਰ ਬੇਸ ਇੰਡਸਟਰੀ ਨਹੀਂ ਲੈ ਕੇ ਆਉਂਦੇ, ਉਹਨਾਂ ਚਿਰ ਕਿਉਂਕਿ ਸਾਡਾ ਸ਼ੈਲਫ ਲਾਈਫ ਨਹੀਂ ਵਧੂਗੀ, ਉਹਨਾਂ ਚਿਰ ਸਾਡੀ ਡਿਵਰਸੀਫਿਕੇਸ਼ਨ ਵੀ ਨਹੀਂ ਹੋਊਗੀ,
ਉਹਨਾਂ ਚਿਰ ਜਿਹੜਾ ਕਿਸਾਨ ਆ ਉਹਨੂੰ ਬੇਸਿਕਲੀ ਦੇਖੋ, ਹੁਣ ਕਿਸਾਨਾਂ ਨੂੰ ਇਹ ਬੜਾ ਟਾਈਟ ਕਰਤਾ ਦੇਖੋ ਆ ਗਵਰਨਮੈਂਟ ਆਫ ਇੰਡੀਆ ਨੇ, ਔਰ ਉਹਦੇ ਵਿੱਚ ਨੁਕਸਾਨ ਕੀ ਹੋ ਰਿਹਾ ਵੀ ਸਾਡੇ ਕੋਲ ਹਰ ਸਾਲ 65,000 ਕਰੋੜ ਰੁਪਈਆ ਦੋਨਾਂ ਫਸਲਾਂ ਦਾ MSP ਕਰਕੇ ਆਉਂਦਾ ਹੈਗਾ, ਤੇ ਉਹਦੀ ਸਰਕੂਲੇਸ਼ਨ ਕਰਕੇ ਹੀ ਪੰਜਾਬ ਬਚਿਆ ਆ। ਪਰ ਜਦੋਂ ਉਹ ਸਰਕੂਲੇਸ਼ਨ ਵੀ ਬੰਦ ਹੋ ਗਈ ਤਾਂ ਫਿਰ ਜਿਹੜਾ ਸਾਡਾ ਕਿਸਾਨ ਆ ਉਹ ਵੀ, ਕਿਉਂਕਿ ਜਦੋਂ 65,000 ਕਰੋੜ ਰੁਪਈਆ ਦੋਨਾਂ ਫਸਲਾਂ ਦਾ ਆਉਂਦਾ, ਉਹ ਆੜ੍ਹਤੀਏ ਕੋਲ ਜਾਂਦਾ, ਉਹ ਦੁਕਾਨ ਵਾਲੇ ਕੋਲ ਜਾਂਦਾ, ਉਹ ਕੱਪੜੇ ਵਾਲੇ ਕੋਲ ਜਾਂਦਾ, ਉਹ ਕਿਸੇ ਵਿਆਹ ਭੋਗ ਤੇ ਜਾਂਦਾ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਹਨਾਂ ਚੀਜ਼ਾਂ ਤੇ ਜਿਹੜੀਆਂ ਹੌਲੀ ਹੌਲੀ ਸਰਕੂਲੇਟ ਹੁੰਦੀਆਂ ਉਹਦੇ ਕਰਕੇ। ਔਰ ਫਿਰ NRI ਪਹਿਲਾਂ ਇਨਵੈਸਟ ਕਰਦਾ ਸੀਗਾ, ਕਿਉਂਕਿ ਸਾਡੀ ਮਾੜੀ ਕਾਰਗੁਜ਼ਾਰੀ ਕਰਕੇ ਜਾਂ ਸਾਡੇ ਮਾੜੇ ਸਿਸਟਮ ਕਰਕੇ, ਸਾਡੇ ਕਿਉਂਕਿ ਪੋਲੀਟੀਕਲ ਬੰਦੇ ਵੀ ਪਲੱਸ ਪੁਲਿਸ ਵਾਲੇ ਵੀ ਕਬਜ਼ਿਆਂ ਕਰਕੇ, ਅੱਛਾ ਫਿਰ ਕੁਛ ਇੱਥੇ ਰਿਸ਼ਤੇਦਾਰਾਂ ਨੇ, ਕਈਆਂ ਇੱਥੇ ਰਿਸ਼ਤੇਦਾਰਾਂ ਦੀਆਂ ਜ਼ਮੀਨਾਂ ਨੱਪ ਲਈਆਂ। ਸੋ ਦੇਰ ਆਰ ਨੰਬਰ ਆਫ ਇਸ਼ੂਜ਼, ਉਹਦੇ ਕਰਕੇ ਹੌਲੀ ਹੌਲੀ ਜਿਹੜਾ NRI ਆ ਉਹ ਵੀ ਇਨਵੈਸਟਮੈਂਟ ਕਰਨੋਂ ਹਟ ਗਿਆ, ਤੇ ਜਿਹਦਾ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਉਹ ਪੰਜਾਬ ਨੂੰ ਹੋ ਰਿਹਾ। ਅੱਛਾ ਸਰ ਸਾਹਿਬ, ਇੱਕ ਗੱਲ ਦੱਸਿਓ ਜੀ, ਆਹ ਜਿਹੜੀ ਤੁਸੀਂ ਪ੍ਰੋਪਰਟੀ ਪਲੈਜ ਕਰਨ ਦੀ, ਕਿਉਂਕਿ ਇੱਥੇ ਆ ਕੇ ਜਦ ਇੱਥੇ ਆ ਕੇ ਪਤਾ ਕੀ ਲੱਗਿਆ ਸਾਨੂੰ ਵੀ ਪ੍ਰਾਪਰਟੀਆਂ ਤੇ ਕਿਵੇਂ ਲੋਨ ਮਿਲਦਾ, ਉੱਥੇ ਵੀ ਸਰਕਾਰੀ ਜਿਹੜਾ ਪਹਿਲਾਂ ਕੋਆਪ ਆਪਣੇ ਪਿੰਡਾਂ 'ਚ ਕੋਆਪਰੇਟਿਵ ਸੁਸਾਇਟੀਆਂ ਹੁੰਦੀਆਂ ਜੀ, ਰਿਓ ਨੂੰ ਮਸਾਂ ਖੁਰਪੇ ਜਿੱਡੇ ਜਿੱਡੇ ਉਹਨਾਂ ਦੇ ਚੈੱਕ ਹੁੰਦੇ, ਜੱਟ ਦਾ ਚੌੜਾ ਗੂਠਾ ਲੱਗਦਾ, ਤੇ ਮਸਾਂ ਰਿਓ ਦਿੰਦੇ। ਰਿਓ ਜਦ ਉਹਦੇ ਬਾਅਦ ਫਸਲ ਆ ਗਈ, ਚੌਂਕੀਦਾਰ 2 ਵਾਰ ਗੇੜੇ ਕੱਢ ਦਿੰਦਾ, ਤਾਂ ਦਰਵਾਜ਼ੇ ਬੈਠੇ ਲੋਕ ਕਹਿੰਦੇ ਇਹਨੇ ਰੇਹ ਦੇ ਪੈਸੇ ਦੇਣੇ ਨੇ ਹਲੇ ਤੱਕ, ਤਾਂ ਚੌਂਕੀਦਾਰ ਫਿਰਦਾ। ਚੌਂਕੀਦਾਰਾ ਕੀ ਕਰਕੇ ਆਇਆ? ਬਸ ਉਹ ਸਰਦਾਰਾਂ ਨੂੰ ਕਹਿ ਕੇ ਆਇਆ ਰੇਹ ਦੇ ਪੈਸੇ ਨੇ, ਸਾਡੀ ਸੁਸਾਇਟੀ ਨੂੰ ਸਟੈਟੀ ਕਹਿੰਦੇ। ਅੱਛਾ, ਉਹਦੇ ਬਾਅਦ ਇੱਕ ਦੱਸਿਓ ਸੁਣਨ ਵਾਲਿਆਂ ਨੂੰ, ਇਹ ਜਦ ਸਾਨੂੰ ਸਾਡੀਆਂ ਲਿਮਟਾਂ ਕਿੱਲਿਆਂ ਤੇ ਦੇਣ ਲੱਗੇ, ਇਹ ਕਿਹਨੇ ਸਿਸਟਮ ਲਿਆਂਦਾ ਸੀ ਜਿਹੜੀਆਂ ਜ਼ਮੀਨਾਂ ਤੇ ਜੱਟਾਂ ਨੂੰ ਪੈਸੇ ਵੱਧ ਮਿਲਣ ਲੱਗੇ? ਇਹਨੂੰ ਕੌਣ ਲੈ ਕੇ ਆਇਆ ਸੀ? ਕਿਹਦੀ ਸਕੀਮ ਸੀ ਇਹ? ਇਹ ਤਾਂ ਬੇਸਿਕਲੀ ਬੈਂਕਿੰਗ ਸਿਸਟਮ, ਜਿਹੜਾ ਬੈਂਕਿੰਗ ਸੈਕਟਰ ਹੈਗਾ, ਉਹਨਾਂ ਨੂੰ ਐ ਲੱਗਿਆ ਵੀ ਇਹ ਅਸ਼ੋਰਡ ਜਿਹੜੀ ਆ ਰਿਟਰਨ ਹੋ ਜਾਣੀ ਆ, ਕਿਉਂਕਿ ਜ਼ਮੀਨ ਤੱਕ ਤੇ ਜਾਣੀ ਨਹੀਂ ਹੈ। ਸੋ ਉਹਨਾਂ ਨੇ ਬੇਸਿਕਲੀ ਇਹੋ ਜਿਹੀਆਂ ਸਕੀਮਾਂ ਡਿਵੈਲਪ ਕਰਕੇ ਵੀ, ਤਾਂ ਕਿ ਜਿਹੜਾ ਕਿਉਂਕਿ FDI ਦਾ ਪੈਸਾ ਵੀ ਵਿੱਚ ਜੇ ਬਹੁਤ ਆਇਆ, ਜਿਹੜਾ ਫੋਰਨ ਡਾਇਰੈਕਟ ਇਨਵੈਸਟਮੈਂਟ ਹੈਗੀ ਆ ਉਹਦੇ ਵਿੱਚ, ਕਿਉਂਕਿ ਜਿਹੜੇ ਕਈ ਕੰਟਰੀ ਇਹੋ ਜਿਹੇ ਆ ਜਿੱਦਾਂ ਇੰਗਲੈਂਡ ਜਾਂ ਇਹਨਾਂ ਕੋਲ ਸਰਪਲਸ ਪੈਸੇ ਜਿਹੜੇ ਪੈਨਸ਼ਨਰਸ ਦੇ ਜਾਂ ਹੋਰਾਂ ਦੇ, ਕਿਉਂਕਿ ਇਹਨਾਂ ਦੇ ਜਿਹੜਾ ਵਿਆਜ ਬਹੁਤ ਘੱਟ ਹੈ, ਤੇ ਸਾਡੇ ਕੰਟਰੀ ਦੇ ਵਿੱਚ ਥੋੜਾ ਜਿਹਾ ਪਰਸੈਂਟੇਜ ਨੂੰ ਵਧਾ ਕੇ ਉਹ ਵਿਆਜ ਤੇ ਜਿਹੜੇ ਅਸ਼ੋਰਡ ਜਿਹੜੀ ਆ ਉਹ ਰਿਟਰਨ ਮੰਗਦੇ ਆ, ਤੇ ਉਹ ਜਿਹੜੀਆਂ ਉਹ ਪੈਸੇ ਆ ਉਹ ਸਾਡੇ ਬੈਂਕਿੰਗ ਸਿਸਟਮ ਦੇ ਵਿੱਚ ਇੱਥੇ, ਕਿਉਂਕਿ ਸਾਡੀਆਂ ਬੈਂਕਾਂ ਜਿਹੜੀਆਂ ਉਧਾਰ ਲੈ ਲੈਂਦੀਆਂ, ਤੇ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਇੱਥੇ ਵੱਧ ਵਿਆਜ ਤੇ ਉਹਨੂੰ ਦੇ ਕੇ, ਤਾਂ ਕਿ ਸਾਡਾ ਆਪਣਾ ਪ੍ਰੋਫਿਟ ਵੀ ਬਣ ਜਾਵੇ, ਤੇ ਜਿਹੜਾ ਬੈਂਕਾਂ ਨੂੰ ਬਾਕੀ ਵਾਪਸ ਮੋੜਨਾ ਉਹ ਵੀ ਚਲੇ ਜਾਵੇ। ਬੇਸਿਕਲੀ ਇਟ ਇਜ਼ ਏ ਮਨੀ ਸਰਕੂਲੇਸ਼ਨ ਵਰਲਡ ਹੋ ਗਿਆ। ਸੋ ਉਹਦੇ ਕਰਕੇ ਹੌਲੀ ਹੌਲੀ ਇਹ ਪੰਜਾਬ ਦੇ ਜਿਹੜੇ ਲੋਕਾਂ ਨੂੰ ਇੱਧਰ ਨੂੰ ਹੌਲੀ ਹੌਲੀ ਇਹਨਾਂ ਨੇ ਲਾਇਆ। ਸੋ ਉਹਦਾ ਨੁਕਸਾਨ ਜਿਹੜਾ, ਕਿਉਂਕਿ ਪੰਜਾਬੀਆਂ ਨੇ ਕਰਜ਼ਾ ਤਾਂ ਲੈ ਲਿਆ, ਅੱਛਾ ਕਦੀ ਉਹ ਵਿਆਹ ਤੇ ਲਾ ਲਿਆ, ਕਦੀ ਉਹ ਜਿਹੜਾ, ਕਿਉਂਕਿ ਸਾਡੀ ਜਿਹੜੀ ਬੇਸਿਕ ਪ੍ਰੋਬਲਮ ਜਿਹੜੀ ਹੈਗੀ ਆ ਉਹ ਜਿਹੜੀ ਤਾਏ ਦੀ ਤੇ ਚਾਚੇ ਦੀ ਨਹੀਂ ਬਣਦੀ, ਤੇ ਜੇ ਤਾਏ ਨੇ ਚੰਗਾ ਟਰੈਕਟਰ ਲੈ ਲਿਆ ਤੇ ਚਾਚਾ ਭਾਵੇਂ ਅਫੋਰਡ ਕਰੇ ਚਾਹੇ ਨਾ ਕਰੇ, ਉਹਨੇ ਲੈਣਾ ਜ਼ਰੂਰ ਆ। ਉਹ ਜਿਹੜੀ ਈਗੋ ਦਾ ਲੈਵਲ ਆ, ਉਹਨੇ ਸਾਨੂੰ ਪੋਲੀਟੀਕਲੀ ਵੀ, ਸੋਸ਼ਲੀ ਵੀ, ਇਕਨੋਮਿਕਲੀ ਵੀ, ਸਾਨੂੰ ਹਰ ਤਰ੍ਹਾਂ ਜਿਹੜਾ ਉਹਦਾ ਨੁਕਸਾਨ ਹੋਇਆ। ਔਰ ਉਹਦਾ ਨੁਕਸਾਨ ਜਿਹੜਾ ਆ ਉਹ ਸਾਡੇ ਕੋਲ ਝੱਲ ਨਹੀਂ ਹੋ ਰਿਹਾ, ਕਿਉਂਕਿ ਜੇ ਅਸੀਂ, ਕਿਉਂਕਿ ਮੈਂ ਤਾਂ ਹੁਣ ਜਦੋਂ ਚਲੋ ਪੋਲੀਟੀਕਲ ਐਂਗਲ ਤੋਂ ਦੇਖਦਾ, ਸਾਨੂੰ ਕੋਈ ਪਿੰਡਾਂ ਦੇ ਵਿੱਚ ਇਸ ਗੱਲ ਨੂੰ ਪੁੱਛਣ ਨੂੰ ਹੀ ਤਿਆਰ ਨਹੀਂ ਹੈਗਾ। ਉਹ ਤਾਂ ਧੜੇ 'ਚ ਬੈਠੇ ਹੈਗੇ ਆ, ਸਾਨੂੰ ਇਹ ਪੁੱਛਣ ਨੂੰ ਹੀ ਤਿਆਰ ਨਹੀਂ ਹੈਗਾ ਵੀ ਭਾਈ ਤੁਹਾਡੀ ਪਾਲਿਸੀ ਕੀ ਹੈਗਾ, ਤੁਹਾਡੀ ਜਿਹੜੀ ਆ ਅਰਨਿੰਗ ਕੀ ਹੈਗੀ ਸਰਕਾਰ ਦੀ, ਤੁਸੀਂ ਐਕਸਪੈਂਸ ਕਿੱਦਾਂ ਕਰਦੇ ਆ, ਤੁਸੀਂ ਜਿਹੜਾ ਆ ਐਕਸਾਈਜ਼ ਦੀ ਪਾਲਿਸੀ ਕੀ ਹੈਗੀ ਆ, ਜਾਂ ਮਾਈਨਿੰਗ ਦੀ ਪਾਲਿਸੀ ਕੀ ਹੈਗੀ ਆ। ਇਹਨਾਂ ਗੱਲਾਂ ਨੂੰ ਕੋਈ ਪੁੱਛਣ ਨੂੰ ਹੀ ਤਿਆਰ ਆ। ਇੱਕ ਧੜਾ ਕਹਿੰਦਾ ਮੈਂ ਅਕਾਲੀ ਦਲ 'ਚ ਆ, ਦੂਜਾ ਧੜਾ ਕਹਿੰਦਾ ਮੈਂ ਕਾਂਗਰਸੀ ਆ, ਤੀਜਾ ਟਾਵਾ ਜਿਹਾ ਤੜਪ ਤੁੜਪ ਕੇ ਕਈ ਵਾਰੀ ਕੋਈ ਆਪ ਵਾਲਾ ਆ ਜਾਂਦਾ, ਕੋਈ ਕਾਮਰੇਡ ਹੁੰਦਾ, ਕੋਈ BSP ਵਾਲਾ ਹੁੰਦਾ, ਤੇ ਉਹ ਆਪਣੀਆਂ ਮਾੜਾ ਮੋਟਾ ਉਹ ਤੜਪਦਾ ਤੁੜਪਦਾ, ਲੇਕਿਨ ਪਿੰਡ ਦੇ ਵਿੱਚ ਉਹਦੀ ਕਿਤੇ ਪੈਨੀਟ੍ਰੇਸ਼ਨ ਨਹੀਂ ਹੁੰਦੀ। ਸੋ ਇਸ ਕਰਕੇ ਹੌਲੀ ਹੌਲੀ ਇਹੀ, ਕਿਉਂਕਿ ਅਲਟੀਮੇਟਲੀ ਇਹਨਾਂ ਨੇ ਜਾ ਕੇ ਪੋਲੀਟੀਕਲ ਸਿਸਟਮ ਨਾਲ ਅਟੈਚ ਹੋਣਾ ਹੁੰਦਾ, ਤੇ ਹੌਲੀ ਹੌਲੀ ਥੱਕ ਹਾਰ ਕੇ ਉਹ ਬਹਿ ਜਾਂਦੇ ਆ। ਲੇਕਿਨ ਅਸੀਂ ਉਹਨਾਂ ਚੋਂ ਨਿਕਲੇ ਨਹੀਂ। ਅਸੀਂ ਤਾਂ ਇਹ ਕਿਹਾ ਵੀ ਮੈਂ ਤਾਂ ਅਕਾਲੀ ਆ ਤੇ ਮੈਂ ਹੈਗਾ ਕਾਂਗਰਸੀ, ਚਾਹੇ ਜਿੰਨਾ ਮਰਜ਼ੀ ਜਿਹੜਾ ਇਹਨਾਂ ਲੋਕ ਬਹੁਤੇ ਬੰਦਿਆਂ ਨੂੰ ਸਮਝਾ ਲਓ,
ਮੈਂ ਜਦੋਂ ਪਿਛਲੀ ਵਾਰੀ ਜਦੋਂ ਅਕਾਲੀ ਦਲ ਤੋਂ MLA ਬਣਿਆ ਤੇ ਮੇਰੇ ਹਲਕੇ 'ਚ ਇੱਕ ਇਸ਼ੂ ਜਿਹੜਾ ਵੇਸਟ ਮੈਨੇਜਮੈਂਟ ਦਾ ਆ ਗਿਆ। ਅੱਛਾ ਚਲੋ ਮੈਂ ਉਹਦੀ ਸਟੱਡੀ ਕੀਤੀ, ਸਾਰਾ ਕੁਝ ਕੀਤਾ ਤੇ ਉਹਦੇ ਲਈ ਫਾਈਟ ਵੀ ਕੀਤੀ। ਜਦੋਂ ਫਾਈਟ ਕਰਕੇ ਮੈਂ ਰੁਕਵਾ ਵੀ ਲਿਆ ਤੇ ਮੈਂ ਬਹੁਤੇ ਅਕਾਲੀ ਦਲ ਦੇ ਬੰਦਿਆਂ ਨੂੰ ਪੁੱਛਿਆ ਵੀ ਉਹ ਕਹਿੰਦੇ ਨਹੀਂ ਹੁਣ ਤਾਂ ਯਾਰ ਤੂੰ ਤਾਂ ਕਾਂਗਰਸੀ ਹੋ ਗਿਆ। ਮੈਂ ਕਿਹਾ ਜੇ ਤਾਂ ਮੈਂ ਉਹ ਲੱਗ ਲੈਣ ਦਿੰਦਾ ਫਿਰ ਤਾਂ ਮੈਂ ਭਾਵੇਂ ਇੱਥੇ ਰਹਿੰਦਾ, ਫਿਰ ਤਾਂ ਮੈਂ ਪੱਕਾ ਅਕਾਲੀ ਸੀਗਾ। ਹੁਣ ਮੈਂ ਉਹ ਲੱਗਣ ਨਹੀਂ ਦਿੱਤਾ, ਫਾਈਟ ਕੀਤੀ, ਫਾਈਟ ਕਰਕੇ ਤਾਂ ਮੈਂ ਉਹ ਇੱਥੋਂ ਰੁਕਵਾ ਲਿਆ ਤੇ ਜਿਹੜੇ 20-25 ਪਿੰਡਾਂ ਦੀ ਜ਼ਿੰਦਗੀ ਨਰਕ ਬਣਨੀ ਸੀ ਉਹਨਾਂ ਨੂੰ ਰੁਕਵਾ ਲਿਆ। ਤੇ ਉਹ ਕਹਿੰਦੇ ਵੀ ਉਹ ਗੱਲ ਠੀਕ ਹੈਗੀ ਆ ਪਰ ਰਹਿਣਾ ਅਸੀਂ ਅਕਾਲੀ ਆ। ਅੱਛਾ ਮੈਂ ਕਿਹਾ ਯਾਰ ਬਾਕੀ ਪਾਲਿਸੀਜ਼ ਬਾਰੇ ਜਾਂ ਜੋ ਹੋ ਰਿਹਾ ਹੈਗਾ, ਜਾਂ ਡਰੱਗਸ ਦੀ ਗੱਲ ਹੋਈ ਆ ਜਾਂ ਬੇਅਦਬੀਆਂ ਦੀ ਗੱਲ ਹੋਈ ਆ, ਗੱਲਾਂ ਤਾਂ ਕਰੀ ਜਾਂਦੇ ਆ ਲੇਕਿਨ ਘਰੇ ਤੋਂ ਬਾਹਰ ਨਹੀਂ ਨਿਕਲਦੇ। ਔਰ ਉਹਦਾ ਨੁਕਸਾਨ ਹੌਲੀ ਹੌਲੀ ਕੀ ਹੁੰਦਾ ਕਿ ਜਿਹੜਾ ਬੰਦਾ ਪੋਲੀਟਿਕਸ ਦੇ ਵਿੱਚ ਆ ਉਹ ਸੋਚਦਾ ਵੀ ਆ ਧੜੇ ਕੋਲ ਮੈਂ ਚਲੇ ਜਾਣਾ, ਉੱਥੇ ਜਾ ਕੇ ਚਾਹ ਪੀਣੀ, ਬੱਲੇ ਵੀ ਬੱਲੇ ਬੱਲੇ ਵੀ ਬੱਲੇ, ਉਦੋਂ ਗਾਂ ਕੋਈ ਗੱਲ ਤੁਰਦੀ ਨਹੀਂ ਹੈ। ਅੱਛਾ ਸਰਾਰ ਸਾਹਿਬ ਇੱਕ ਦੱਸਿਓ ਜੀ, ਹੁਣ ਇਹ ਮੈਂ 2002 ਚ ਜਦ ਸਰਕਾਰਾਂ ਸ਼ੁਰੂ ਹੋਈਆਂ ਉਹਦੇ ਬਾਅਦ ਦੇਖਿਆ ਕਿ ਸਰਕਾਰੀ ਜਾਇਦਾਦਾਂ ਦਾ ਨਿੱਜੀਕਰਨ ਹੋ ਗਿਆ। ਸਾਡੇ ਏਰੀਏ ਦੇ ਵਿੱਚ ਨੀਲੋਂ ਦਾ ਸਾਡਾ ਬਹੁਤ ਵਧੀਆ ਇੱਕ ਰਿਜ਼ੋਰਟ, ਉਹ ਤੇ ਸਾਨੇਵਾਲ ਮਾਰਕਫੈਟ ਦੀ ਜ਼ਮੀਨ, ਖੰਨੇ ਮਾਰਕਫੈਟ ਦੀ ਜ਼ਮੀਨ ਜਿੱਥੇ ਸੋਹਣਾ ਘਿਓ ਬਣਦਾ ਸੀ ਤੇ ਵੱਡੇ ਵੱਡੇ ਟਰੈਕਟਰ ਸੀ ਜਿਹੜੇ ਪਿੰਡਾਂ 'ਚ ਵਾਹੁਣ ਜਾਂਦੇ। ਇਹ ਗੱਲ ਸਹੀ ਆ ਜੀ ਕਿ ਸਰਕਾਰੀ ਜਿੰਨੀ ਪੰਜਾਬ ਦੀ ਜਾਇਦਾਦ ਹੈ ਤੇ ਬਹੁਤ ਪਿੰਡਾਂ ਦੀਆਂ ਸ਼ਾਮਲਾਟਾਂ ਵੀ ਉਹ ਸਰਕਾਰਾਂ ਨੇ ਉਹ ਵੇਚਦੀਆਂ ਜੀ ਜਾਂ ਨਿੱਜੀਕਰਨ ਹੋ ਗਿਆ ਜੀ? ਕੀ ਹੋਇਆ ਜੀ ਉਹਨਾਂ ਦਾ ਅੰਦਰਲੀ ਕੋਈ ਗੱਲ ਦੱਸ ਸਕਦੇ ਹੋ? ਦੇਖੋ ਇਹਨਾਂ ਨੇ ਬੇਸਿਕਲੀ ਦੇਖੋ ਸਰਕਾਰਾਂ ਜਦੋਂ ਵੀ ਪ੍ਰਾਈਵੇਟ ਸੈਕਟਰ ਵੱਲ ਨੂੰ ਤੁਰਦੀਆਂ, ਖਾਸ ਕਰਕੇ ਹੈਲਥ ਤੇ ਐਜੂਕੇਸ਼ਨ ਦੇ ਵਿੱਚ ਅਪਰੋਕਸੀਮੇਟਲੀ ਹੁਣ ਥੋੜੀ ਜਿਹੀ ਇੰਪਰੂਵਮੈਂਟ ਹੋਈ ਆ, ਉਹ ਵੀ ਕਿਸ਼ਨ ਕੁਮਾਰ ਕਰਕੇ। ਨਹੀਂ ਤਾਂ ਜਿਹੜਾ ਪ੍ਰਾਈਵੇਟ ਸੈਕਟਰ ਆ ਉਹਦੇ ਵਿੱਚ 27 ਲੱਖ ਬੱਚਾ ਪੜ੍ਹਦਾ ਸੀ ਤੇ ਜਿਹੜਾ ਸਰਕਾਰੀ ਸੈਕਟਰ ਆ ਉਹਦੇ ਵਿੱਚ 24 ਲੱਖ ਬੱਚਾ ਪੜ੍ਹਦਾ ਸੀ। ਹੁਣ ਜਿਹੜਾ ਆ ਮੇਰਾ ਖਿਆਲ ਆ ਵੀ ਸਰਕਾਰੀ ਸੈਕਟਰ ਦੇ ਵਿੱਚ 27 ਲੱਖ ਹੋਇਆ ਆ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ 24 ਲੱਖ ਹੋਇਆ। ਉਹ ਵੀ ਆ ਕੋਵਿਡ ਦੇ ਵਿੱਚ, ਜਾਂ ਕਹਿ ਲਓ ਇੱਕ ਸਾਡੇ ਕਿਸ਼ਨ ਕੁਮਾਰ ਐਜੂਕੇਸ਼ਨ ਸੈਕਟਰੀ ਆ, ਉਹ ਮਿਹਨਤੀ ਬੰਦਾ ਹੈਗਾ। ਤੇ ਅਦਰਵਾਈਜ਼ ਇਹੀ ਸਾਡਾ ਹੈਲਥ ਸਿਸਟਮ ਦੇ ਵਿੱਚ ਹੈਗਾ ਸਾਡੇ, ਕਿਉਂਕਿ ਅਸੀਂ ਸਿਵਲ ਹਸਪਤਾਲ ਜਾਣ ਨੂੰ ਤਿਆਰ ਹੀ ਨਹੀਂ, ਕਿਉਂਕਿ ਉਹਨਾਂ ਤੇ ਸਾਨੂੰ ਕੌਨਫੀਡੈਂਸ ਹੀ ਹੈ ਨਹੀਂ ਕਿ ਉਹ ਜਾਂਦਿਆਂ ਨੂੰ ਕਿਤੇ ਸਾਨੂੰ ਚੱਜ ਨਾਲ ਟਰੀਟ ਵੀ ਕਰ ਦੇਣਗੇ। ਇਸੇ ਕਰਕੇ ਹੌਲੀ ਹੌਲੀ ਪ੍ਰਾਈਵੇਟ ਸੈਕਟਰ ਜਿਹੜਾ ਵੱਧਦਾ ਗਿਆ। ਅੱਛਾ ਦੈਨ ਟਰਾਂਸਪੋਰਟ ਸੈਕਟਰ ਹੈਗਾ, ਉਹਦੇ ਵਿੱਚ ਵੀ ਪ੍ਰਾਈਵੇਟਾਈਜੇਸ਼ਨ ਅਸੀਂ ਬਹੁਤ ਕਰ ਲਈ। ਅੱਛਾ ਫਿਰ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਚਾਹੇ ਜਿਹੜੇ ਪਬਲਿਕ ਸੈਕਟਰ ਦੇ ਅਦਾਰੇ ਸੀਗੇ, ਅਸੀਂ ਹੌਲੀ ਹੌਲੀ ਉਹਨਾਂ ਨੂੰ ਵੀ ਗਿਰਵੀ ਰੱਖ ਲਿਆ ਜਾਂ ਉਹਨਾਂ ਨੂੰ ਪਲੈਜ ਕਰ ਲਿਆ। ਸੋ ਇਸ ਕਰਕੇ ਇਹਨਾਂ ਤੇ ਅਸੀਂ ਲੋਨ ਲੈਂਦੇ ਰਹੇ। ਚਾਹੇ ਇਹ ਜਿਹੜੀਆਂ ਸਾਡੀਆਂ ਅਦਰਵਾਈਜ਼ ਸਰਕਾਰੀ ਜ਼ਮੀਨਾਂ ਆ, ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਜਾਂ ਤਾਂ ਪਲੈਜ ਕੀਤੀਆਂ ਆ ਜਾਂ ਕਿਤੇ ਨਾ ਕਿਤੇ ਕਿਸੇ ਨੂੰ ਇਹ ਕੋਈ ਪ੍ਰੋਜੈਕਟ ਬਣਾਉਣ ਲਈ ਦੇਤੀਆਂ, ਕਿਸੇ ਨੂੰ ਲੀਜ਼ ਤੇ ਬਣਾਉਣ ਲਈ ਦੇਤੀਆਂ। ਸੋ ਇਟ ਇਜ਼ ਬੇਸਿਕਲੀ ਬੜਾ ਕਹਿ ਲਓ ਕਿ ਬੜਾ ਬਰੂਟਲੀ ਇਹਨੂੰ ਜਿਹੜਾ ਮਿਸਯੂਜ਼ ਕੀਤਾ ਗਿਆ ਸਿਸਟਮ ਨੂੰ। ਔਰ ਉਹਦਾ ਨਤੀਜਾ ਇਹ ਆ ਵੀ ਹੌਲੀ ਹੌਲੀ ਸਾਡਾ ਜਿਹੜਾ ਸਿਸਟਮ ਆ ਉਹ ਬਿਲਕੁਲ ਲੋ ਐਬ ਵੱਲ ਨੂੰ ਜਿਹੜਾ ਉਹ ਤੁਰਦਾ ਨਜ਼ਰ ਆ ਰਿਹਾ। ਔਰ ਇਹਦੇ ਤੇ ਮੈਂ ਕ੍ਰਾਸ ਦਾ ਪਾਰਟੀ ਲਾਈਨ ਨਾ ਅਕਾਲੀ ਦਲ ਨੇ ਕੋਈ ਇਹਦੇ ਚ ਕਸਰ ਛੱਡੀ, ਨਾ ਈਵਨ ਕਿ ਕਾਂਗਰਸ ਨੇ ਛੱਡੀ, ਜਾਂ ਜਿਹਨੂੰ ਵੀ ਚਾਂਸ ਮਿਲ ਜਾਂਦਾ, ਨਾ ਬਿਊਰੋਕ੍ਰੇਸੀ ਨੇ ਕਸਰ ਛੱਡੀ, ਨਾ ਪੋਲੀਟੀਕਲ ਸਿਸਟਮ ਨੇ ਕਸਰ ਛੱਡੀ। ਕਿਉਂਕਿ ਜਿੰਨਾ ਚਿਰ ਅਸੀਂ ਸਾਰੇ ਇਹਨਾਂ ਚੀਜ਼ਾਂ ਲਈ ਸੁਹਿਰਦ ਨਹੀਂ ਹੁੰਦੇ ਜੀ, ਕਿਉਂਕਿ ਹਰ ਬੰਦਾ ਇਹ ਸੋਚਦਾ ਵੀ ਮੈਨੂੰ ਇਹਦੇ ਚੋਂ ਕੀ ਮਿਲਿਆ। ਬਿਲਕੁਲ ਠੀਕ। ਜਦੋਂ ਮੈਨੂੰ ਇਹਦੇ ਚੋਂ ਕੀ ਮਿਲਿਆ ਤਾਂ ਫਿਰ ਪੰਜਾਬ ਦੀ ਅਲਟੀਮੇਟਲੀ ਜਦੋਂ ਅਸੀਂ ਨੋਚਣ ਹੀ ਲੱਗ ਪਏ ਤੇ ਫਿਰ ਅਸੀਂ ਉਹਦਾ ਅਲਟੀਮੇਟਲੀ ਐਂਡ ਆਫ ਦਾ ਡੇ ਅਸੀਂ ਕਿੰਨਾ ਕੁ ਚਿਰ ਜਿਹੜਾ ਉਹ ਸਰਵਾਈਵ ਕਰ ਪਾਵਾਂਗੇ। ਦੋ ਚੀਜ਼ਾਂ ਚੋਂ ਜੀ, ਆਬਕਾਰੀ ਤੇ ਰੇਤੇ ਦੇ ਵਿੱਚੋਂ ਹੀ ਆਪਾਂ 30-40 ਹਜ਼ਾਰ ਕਰੋੜ ਸਾਲ ਦਾ ਘੱਟੋ ਘੱਟ ਉਦਣ ਜੋੜ ਕੇ ਬੈਠ ਗਏ ਸੀ। ਇਹਦੇ ਬਾਅਦ ਨੈਕਸਟ ਇਹਦੀ ਲਾਈਨ ਦੇ ਵਿੱਚ ਕਿਹੜੀ ਚੀਜ਼ ਆਉਂਦੀ ਹੈ ਜਿਹਦੇ ਤੁਸੀਂ ਰਿਫਾਰਮ ਕਰਨ ਦਾ ਸੋਚ ਸਕਦੇ ਹੋ? ਦੇਖੋ ਜਿੰਨਾ ਸਾਡਾ ਖਾਸ ਕਰਕੇ ਜਿਹੜਾ ਸਾਡਾ ਇਹ ਦੋ ਸੈਕਟਰ ਤਾਂ ਡੈਫੀਨੇਟ ਹੈ। ਤੀਜਾ ਸਾਡਾ ਹੈਗਾ ਜਿਹੜਾ ਰੈਵਨਿਊ
ਡਿਪਾਰਟਮੈਂਟ, ਕਿਉਂਕਿ ਜਿਹੜਾ ਜਿੰਨਾ ਸਾਡੀ ਪ੍ਰਾਪਰਟੀ ਦੀ ਟ੍ਰਾਂਜੈਕਸ਼ਨ ਹੁੰਦੀ ਆ ਉਹਦੇ ਤੇ ਜਿਹੜੇ ਟੈਕਸ ਲੱਗਦੇ ਹੈਗੇ ਆ ਜੀ। ਅੱਛਾ, ਚੌਥਾ ਸਾਨੂੰ GST ਦੇ ਉੱਤੋਂ ਜਿਹੜਾ ਟੈਕਸ ਆਉਂਦਾ, ਜਿਹੜਾ ਸੈਂਟਰ ਜਿਹੜਾ ਸਾਡਾ ਉਗਰਾਹ ਕੇ ਲੈ ਕੇ ਜਾਂਦਾ, ਤਾਂ ਫਿਰ ਸਾਨੂੰ 50% ਜਾਂ ਜਿੰਨੀ ਵੀ ਪਰਸੈਂਟੇਜ ਗਵਰਨਮੈਂਟ ਆਫ ਇੰਡੀਆ ਨੇ ਬੰਨੀ ਹੈਗੀ ਆ ਉਹਦੇ ਮੁਤਾਬਕ ਜਿਹੜੀ ਉਹ ਪਰਸੈਂਟੇਜ ਮਿਲਦੀ ਆ। ਅੱਛਾ, ਉਦੋਂ ਅੱਗੇ ਹੈਗਾ ਸਾਡੇ ਜਿਹੜੇ ਮੈਂ ਹਮੇਸ਼ਾ ਕਹਿੰਦਾ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਕੀਤੇ ਹੈਗੇ ਆ, ਉਹਨੂੰ ਪਿਓਰਲੀ ਰਿਵਿਊ ਕਰਨ ਦੀ ਜ਼ਰੂਰਤ ਹੈਗੀ। ਉਹ ਇਸ ਕਰਕੇ ਕਰਨ ਦੀ ਜ਼ਰੂਰਤ ਹੈ, ਉਹਦੇ ਨੁਕਸਾਨ ਬਹੁਤ ਵੱਡੇ ਆ। ਸਾਡੇ ਲੋਕੀ ਇੱਥੇ ਸੋਚਦੇ ਨਹੀਂ ਹੈ, ਕਿਉਂਕਿ ਅਸੀਂ 25,000 ਕਰੋੜ ਰੁਪਏ ਦੀ ਅਪਰੋਕਸੀਮੇਟਲੀ ਇਨਵੈਸਟਮੈਂਟ ਕੀਤੀ ਆ ਤੇ ਸਾਨੂੰ 25 ਸਾਲਾਂ ਦੇ ਵਿੱਚ 2 ਲੱਖ ਕਰੋੜ ਰੁਪਈਆ ਜਿਹੜਾ ਉਹਦਾ ਮੋੜਨਾ ਪੈਣਾ। ਔਰ ਆਉਣ ਵਾਲੇ 5-4 ਸਾਲਾਂ ਤਾਈਂ ਅਜੇ ਇਹਨੂੰ 7 ਸਾਲ ਹੋਏ ਆ, ਅਜੇ 18 ਸਾਲ ਹੋਰ ਪਏ ਹੈਗੇ ਆ। ਔਰ ਹਰ ਸਾਲ ਲਗਭਗ 1 ਰੁਪਈਆ ਤੇ 52 ਪੈਸੇ ਬਿਜਲੀ ਮਹਿੰਗੀ ਹੁੰਦੀ ਰਹਿਣੀ ਹੈ। ਔਰ ਦੇਖੋ ਤੁਸੀਂ 5-7 ਸਾਲਾਂ ਤੇ ਅੱਜ ਜਿਹੜੀ 9 ਰੁਪਈਏ ਦੀ ਬਿਜਲੀ ਆ ਉਹ ਲਗਭਗ 15 ਰੁਪਈਏ ਨੂੰ ਹੋ ਜੂ। ਜਿੱਦਣ ਇਹ 15 ਰੁਪਈਏ ਹੋ ਗਈ ਉਦੋਂ ਬਲਬ ਜਗਾਉਣਾ ਵੀ ਔਖਾ ਹੋ ਜਾਣਾ। ਅਸੀਂ ਕਿਹੜੀ ਇੰਡਸਟਰੀ ਨੂੰ ਅਟਰੈਕਟ ਕਰਾਂਗੇ ਜਾਂ ਕਿਹੜੀ ਇੰਡਸਟਰੀ ਸੋਚਾਂਗੇ ਕਿ ਇੰਨੀ ਕਾਸਟਲੀ ਬਿਜਲੀ ਲੈ ਕੇ ਉਹਨੂੰ ਫੇਰ ਪ੍ਰੋਫਿਟ ਹੋ ਜਾਊਗਾ। ਸੋ ਇਸ ਕਰਕੇ ਅਸੀਂ ਡਬਲ ਸੈਕਟਰ ਮਾਰ ਰਹੇ ਹਾਂ। ਇੱਕ ਤਾਂ ਬਿਜਲੀ ਕਾਸਟਲੀ ਤਾਂ ਹੋ ਗਈ, ਔਰ ਉਹਦੇ ਨਾਲ ਸਾਡੇ ਕੋਲ ਇੰਡਸਟਰੀ ਕੋਈ ਨਹੀਂ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ। ਔਰ ਜੇ ਇੰਡਸਟਰੀ ਨਹੀਂ ਆਊਗੀ, ਕਿਉਂਕਿ ਸਾਡੀ ਡਾਇਵਰਸੀਫਿਕੇਸ਼ਨ ਵੀ ਨਹੀਂ ਹੋਊਗੀ, ਸਾਡੀਆਂ ਇਹ ਜਿਹੜੀਆਂ ਸਾਰੇ ਸੈਕਟਰ ਹੈਗੇ ਆ ਕਿਤੇ ਨਾ ਕਿਤੇ ਇਹਦਾ ਬਿਲਕੁਲ ਪੱਠਾ ਬੈਠ ਜਾਊਗਾ, ਜਿਹਦੇ ਨਾਲ ਪੰਜਾਬ ਦਾ ਹੋਰ ਫਰਦਰ ਬਹੁਤ ਨੁਕਸਾਨ ਹੋਊਗਾ। ਅੱਛਾ ਸਰਦਾਰ ਜੀ, ਅਖੀਰ 'ਚ ਮੈਨੂੰ ਇਹ ਦੱਸ ਦਿਓ ਜੀ, ਇਹ ਹੁਣ ਕਿਉਂਕਿ ਇਹ ਸਵਾਲ ਆਉਣੇ ਨੇ ਪਾਵਰ ਪਰਚੇਜ਼ ਐਗਰੀਮੈਂਟ, ਇਹ ਅਕਾਲੀ ਸਰਕਾਰ ਦੇ ਉਹਨਾਂ 10 ਵਰ੍ਹਿਆਂ ਦੇ ਵਿੱਚ ਜਿਹੜੇ ਪਾਵਰ ਪਲਾਂਟ ਲੱਗੇ ਨੇ ਥਰਮਲ ਦੇ, ਉਹਨਾਂ ਦੀ ਗੱਲ ਹੈ ਜੀ, ਉਹ ਪ੍ਰਾਈਵੇਟ ਕੰਪਨੀਆਂ ਲਿਆਂਦੀਆਂ ਤੇ ਉਹਨਾਂ ਨਾਲ ਵਾਅਦਾ ਕੀਤਾ ਵੀ ਉਹਨਾਂ ਦੀ ਗੱਲ, ਕਿਉਂਕਿ 3 ਪਾਵਰ ਪਰਚੇਜ਼ ਐਗਰੀਮੈਂਟ 3 ਪਾਵਰ ਪਲਾਂਟ ਲਾਏ ਸੀਗੇ, ਜਿਨ੍ਹਾਂ ਦੀ ਅਪਰੋਕਸੀਮੇਟ ਜਿਹੜੀ ਇਨਵੈਸਟਮੈਂਟ ਹੈ ਉਹ 25,000 ਕਰੋੜ ਹੈ ਜੀ। ਤੇ ਵੈਸੇ ਤਾਂ ਮੈਂ ਅਲੱਗ-ਅਲੱਗ ਵੀ ਇਹਦੇ ਸਾਰੀ ਡਿਟੇਲ ਜਿਹੜੀਆਂ ਮੇਰੇ ਕੋਲ ਹੈਗੀਆਂ, ਬਟ ਇਹ 25 ਸਾਲਾਂ 'ਚ ਅਸੀਂ ਲਗਭਗ 25,000 ਕਰੋੜ ਦੀ ਇਨਵੈਸਟਮੈਂਟ ਦਾ ਅਸੀਂ 2 ਲੱਖ ਕਰੋੜ ਰੁਪਈਆ ਲਗਭਗ ਮੋੜਨਾ ਹੈਗਾ, ਜਿਹੜਾ ਕਿ ਇਹਦੇ ਵਿੱਚੋਂ ਬਹੁਤ ਵੱਡਾ ਪੈਸਾ ਜਿਹੜਾ ਉਹ ਕਰਪਸ਼ਨ ਦੇ ਵਿੱਚ ਜਿਹੜਾ ਹੋ ਗਿਆ ਹੈਗਾ। ਲੇਕਿਨ ਸਾਨੂੰ ਅਸੀਂ ਰਿਵਿਊ ਕਰਨਾ ਚਾਹੀਦਾ ਸੀ, ਅਸੀਂ ਵੀ ਰਿਵਿਊ ਨਹੀਂ ਕੀਤਾ। ਅੱਛਾ, ਇੱਕ ਸਭ ਤੋਂ ਮੁੱਦਾ ਜਿਹੜਾ ਬੜਾ ਜਿਹਦੇ ਕਰਕੇ ਤੁਸੀਂ ਗੱਲ ਕਰ ਰਹੇ ਹੋ, ਮੈਂ ਕਰ ਰਿਹਾ, ਲੋਕ ਸੁਣ ਰਹੇ ਨੇ, ਤੁਸੀਂ ਵੀ MLA ਹੋ, 2 ਵਾਰ ਬਣ ਗਏ, ਦੋਨੇ ਪਾਰਟੀਆਂ ਤੋਂ ਬਣ ਗਏ, ਲੋਕਾਂ ਨੇ ਕੰਮਾਂ ਦੇ ਹਿਸਾਬ ਨਾਲ ਤੁਹਾਨੂੰ ਚੁਣ ਲਿਆ ਤੇ ਇੱਥੋਂ NRE ਬਹੁਤ ਲੋਕ ਨੇ ਜਿਹੜਾ ਨੇ ਤੁਹਾਡੇ ਹਲਕੇ ਦੇ ਵਿੱਚ ਇੱਥੋਂ ਜਾ ਕੇ ਪਿੰਡਾਂ 'ਚ ਇਨਵੈਸਟ ਕੀਤੀ, ਉੱਥੇ ਜਾ ਕੇ ਸਰਪੰਚੀ ਕੀਤੀ ਇੱਥੋਂ ਛੱਡ ਕੇ ਵੀ ਮੇਰਾ ਪਿੰਡ ਵਧੀਆ ਬਣ ਜਾਏ। ਹੁਣ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਆ, ਜਿਹੜੀ ਬਾਹਰ ਇੱਕ ਚਪੜਾਸੀ ਤੋਂ ਲੈ ਕੇ ਉੱਪਰਲਾ ਅਫਸਰ ਤੱਕ, ਜੇ ਹੁਣ SSP ਨੂੰ ਹੁਕਮ ਆਉਂਦਾ ਵੀ ਤੇਰੇ ਜ਼ਿਲ੍ਹੇ 'ਚੋਂ ਮੈਨੂੰ 2 ਕਰੋੜ ਰੁਪਈਆ ਮਹੀਨੇ ਦਾ ਚਾਹੀਦਾ, ਉੱਪਰਲਾ ਕੋਈ ਕਹਿ ਲਵੇ, ਮੈਂ ਨਾਂ ਨਾ ਲਵਾਂ, ਉਹ 2 ਕਰੋੜ ਰੁਪਈਆ ਇੱਕ ਜ਼ਿਲ੍ਹੇ ਦੇ ਵਿੱਚੋਂ 2 ਕਰੋੜ SSP ਨੇ ਤਾਂ ਜੇਬ 'ਚੋਂ ਦੇਣਾ ਨਹੀਂ। ਉਹਨੇ ਤਾਂ ਛੋਲੇ ਨਹੀਂ ਬੀਜੇ ਹੋਏ, ਉਹਨੇ ਡਿਪਟੀ ਨੂੰ ਹੁਕਮ ਲਾਉਣਾ। ਡਿਪਟੀ ਨੂੰ ਤਾਂ ਕਹਿੰਦੇ ਨਹੀਂ, SHO ਕਹਿੰਦੇ ਨੇ 10 ਥਾਣੇ ਨੇ, ਲੈ ਵੇ 20-20 ਲੱਖ ਰੁਪਈਆ ਚਾਹੀਦਾ 1 ਤਰੀਕ ਨੂੰ। 20 ਲੱਖ ਆਉਣਾ ਕਿੱਥੋਂ ਆ? ਉਹ ਪਿੰਡਾਂ ਵਾਲਿਆਂ ਤੋਂ ਜਾਂ ਰੇਤਾ ਬਕਵਾਊ, ਜਾਂ ਡਰੱਗ ਬਕਵਾਊ, ਜਾਂ ਸ਼ਰਾਬ ਬਕਵਾਊ, ਕੁਝ ਨਾ ਕੁਝ ਕਰੂ। ਅੱਛਾ, ਇਹਦਾ ਤੋੜ ਕੋਈ ਹੈ ਵੀ ਇਹ ਨਾਨ ਕਰਪਟ ਸਿਸਟਮ ਤਾਂ ਖੈਰ ਪੋਸੀਬਿਲਿਟੀ ਨਹੀਂ ਹੈ ਸਾਡੇ ਵੀ, ਅਸੀਂ ਨਹੀਂ ਕਹਿ ਸਕਦੇ ਵੀ ਇੱਥੇ ਕਰਪਸ਼ਨ ਹੈ ਨਹੀਂ, ਇੱਥੇ ਰੈਫਰਲ ਸ਼ਬਦ ਵਰਤਿਆ ਜਾਂਦਾ ਹੈ ਅਲੱਗ-ਅਲੱਗ ਚੀਜ਼ਾਂ ਵੱਲੋਂ। ਅੱਛਾ, ਇਹਦੇ ਬਾਰੇ ਕੋਈ ਸੋਚ ਹੈ ਵੀ ਇਹ ਜਿਹੜਾ ਸਭ ਤੋਂ ਵੱਡਾ ਕਹਿਰ ਹੈ ਇਹ ਕਿਵੇਂ ਬੰਦ ਹੋ ਸਕਦਾ? ਕਿ ਦੇਖੋ, ਇਹਦੇ ਵਿੱਚ ਤਾਂ ਆਪਾਂ ਕਹੀਏ ਕਿ ਓਵਰਨਾਈਟ ਆਪਾਂ ਇਹਨੂੰ ਬੰਦ ਕਰ ਲਵਾਂਗੇ, ਕਿਉਂਕਿ ਇਹ ਸਾਡੀ ਸੁਸਾਇਟੀ ਦਾ ਹੁਣ ਹਿੱਸਾ ਬਣ ਗਿਆ। ਆਪਾਂ ਕਈ ਵਾਰੀ ਦੇਖਦੇ ਹਾਂ ਉੱਦਾਂ ਪੁਲਿਸ ਨੂੰ ਗਾਲਾਂ ਕੱਢਦੇ ਹਾਂ, ਜੇ ਆਪਾਂ ਕਹੀਏ ਵੀ ਤੇਰੇ ਮੁੰਡੇ ਨੂੰ ਪੁਲਿਸ ਵਿੱਚ ਭਰਤੀ ਕਰਾ ਦਈਏ ਤੇ ਮੇਰਾ ਖਿਆਲ ਹੈ ਲੋਕੀ ਭੱਜੇ ਹੀ ਆਉਂਦੇ। ਉਹ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਹੈਗੀ ਆ, ਆਪਾਂ ਕਹੀਏ ਕਿ ਓਵਰਨਾਈਟ ਇਹਨਾਂ ਨੂੰ ਚੇਂਜ ਕਰ ਦੇਵਾਂਗੇ, ਕਿਉਂਕਿ ਇਹਦੇ ਲਈ ਬੜੀ ਸਖਤ ਐਡਮਿਨਿਸਟ੍ਰੇਸ਼ਨ ਦੀ, ਬੜੀ ਸਖਤ ਪੋਲੀਟੀਕਲ ਵਿਲ ਦੀ ਜ਼ਰੂਰਤ ਹੈਗੀ ਆ। ਕਿਉਂਕਿ ਅਲਟੀਮੇਟਲੀ ਮੈਨੂੰ ਐਂ ਲੱਗਦਾ ਹੁੰਦਾ ਵੀ ਹਰ ਡਿਪਾਰਟਮੈਂਟ ਦੇ ਵਿੱਚੋਂ ਜਿਹੜੇ 5-5, 7-7 ਮੋਸਟ ਕਰਪਟ ਬੰਦੇ ਆ, ਉਹਨਾਂ ਨੂੰ ਕੱਢ ਕੇ ਡਿਸਮਿਸ ਕਰਕੇ ਤੇ ਇੱਕ ਵਾਰੀ ਮੈਸੇਜ ਬੜਾ ਕਲੀਅਰ ਕਰ ਦਿੱਤਾ ਜਾ ਸਕਦਾ ਵੀ ਹਾਂ ਵੀ ਮੀਨ ਬਿਜ਼ਨਸ, ਆਪਾਂ ਨੂੰ ਕੰਮ ਕਰਨਾ ਪੈਣਾ,
ਐਂਡ ਕਰਪਸ਼ਨ ਫ੍ਰੀ ਕਰਨਾ ਪੈਣਾ, ਕਿਉਂਕਿ ਜਿੰਨੀ ਕੁ ਉਹਦੇ ਵਿੱਚ ਟੈਕਨੋਲੋਜੀ ਯੂਜ਼ ਕੀਤੀ ਜਾ ਸਕਦੀ ਆ ਟੈਕਨੋਲੋਜੀ ਯੂਜ਼ ਕਰ ਲਈਏ, ਜਿੰਨਾ ਕੁ ਉਹਦੇ ਵਿੱਚ ਜਿਹੜਾ ਦੇਖੋ ਸਾਡੀ ਡੀਕਰੈਕਟਰਾਈਜੇਸ਼ਨ ਸੁਸਾਇਟੀ ਦੀ ਵੀ ਬਹੁਤ ਵੱਡੇ ਲੈਵਲ ਤੇ ਹੋਈ ਆ, ਤੇ ਆਪਾਂ ਕਹੀਏ ਕਿ ਇਹ ਜਿਹੜੇ ਕਰੈਕਟਰ ਹੈਗੇ ਆ ਇਹ ਓਵਰਨਾਈਟ ਡਿਵੈਲਪ ਹੋ ਸਕਦੇ, ਇਹ ਨਹੀਂ ਹੋ ਸਕਦੇ, ਬਟ ਉਹਨਾਂ ਕਦਰਾਂ ਕੀਮਤਾਂ ਨੂੰ ਹੌਲੀ ਹੌਲੀ ਡਿਵੈਲਪ ਕਰੀਏ ਜਿਹੜੀਆਂ ਕਦਰਾਂ ਕੀਮਤਾਂ ਕਿਸੇ ਸਾਡੇ ਉਸ ਸਮੇਂ ਦੇ ਵਿੱਚ ਸੀਗੀਆਂ ਜਦੋਂ ਆਪਣੇ ਕਹਿ ਲਓ ਬਜ਼ੁਰਗ ਜਾਂ ਤਾਂ ਉਹ ਆਜ਼ਾਦੀ ਦੇ ਆਲੇ ਦੁਆਲੇ ਦੀ ਗੱਲ ਆ, ਉਦੋਂ ਪਹਿਲਾਂ ਦੀ ਗੱਲ ਆ ਜਾਂ ਉਦੋਂ ਬਾਅਦ ਦੀ ਗੱਲ ਆ, ਜਦੋਂ ਦੇਸ਼ ਦੀ ਜਾਂ ਸਮਾਜ ਦੀ ਗੱਲ ਹੁੰਦੀ ਸੀਗੀ ਤੇ ਸਮਾਜ ਇੱਕ ਦੂਸਰੇ ਦੀ ਹੈਲਪ ਕਰਦਾ ਹੁੰਦਾ ਸੀਗਾ ਤੇ ਇੰਨਾ ਲਾਲਚੀ ਨਹੀਂ ਹੁੰਦਾ ਸੀਗਾ। ਤੇ ਹੁਣ ਤਾਂ ਕਮਰਸ਼ੀਅਲ ਇੰਨਾ ਹੋ ਗਿਆ ਵੀ ਜਦੋਂ ਭਾਵੇਂ ਜਿੱਦਾਂ ਮਰਜ਼ੀ ਵੱਡਾ ਠੱਗ ਹੋਵੇ ਤੇ ਉਹ ਜੇ ਲੀਡਰ ਆ ਤੇ ਜਿਹੜਾ ਸਟੇਜ ਸੈਕਟਰੀ ਆ ਉਹਦੇ ਸੋਲੇ ਗਾਉਣ ਡਿਆ ਹੁੰਦਾ ਤੇ ਦੇਖੋ ਜੀ ਇਹਦਾ ਬਾਬਾ ਬੜਾ ਫਰੀਡਮ ਫਾਈਟਰ ਸੀ, ਇਹਦਾ ਫਲਾਨਾ ਬੜਾ ਫਰੀਡਮ ਫਾਈਟਰ ਸੀ, ਹੋਵੇ ਭਾਵੇਂ ਕਿਸੇ ਡਰੱਗਸ ਦੇ ਕੇਸ ਦੇ ਵਿੱਚ ਅੰਦਰ ਗਿਆ ਆ, ਕਿਉਂਕਿ ਸਾਡੇ ਸਮਾਜ ਦੀ ਜਿਹੜੀ ਮਾਨਸਿਕਤਾ ਬਦਲ ਗਈ ਆ ਉਹਨੂੰ ਹੌਲੀ ਹੌਲੀ ਤਾਂ ਵਾਪਸ ਲਿਆਂਦਾ ਜਾ ਸਕਦਾ, ਪਰ ਆਪਾਂ ਜੇ ਕਹੀਏ ਕਿ ਇਹਨੂੰ ਓਵਰਨਾਈਟ ਦੇ ਵਿੱਚ ਚੇਂਜ ਕਰ ਦਈਏ ਸ਼ਾਇਦ ਪੋਸੀਬਲ ਨਹੀਂ ਹੈਗਾ, ਲੇਕਿਨ ਜਿੰਨੇ % ਵੀ ਜਿੰਨੀ ਕੁ ਵੀ ਇੰਪਰੂਵਮੈਂਟ ਹੋ ਸਕਦੀ ਆ ਉਹ ਸੁਹਿਰਦਤਾ ਨਾਲ ਹੋ ਸਕਦੀ ਆ, ਸੀਰੀਅਸਨੈਸ ਨਾਲ ਹੋ ਸਕਦੀ ਆ। ਉਹਦੇ ਵਿੱਚ ਸਾਰੇ MLA ਸਾਰੇ ਜਿਹੜਾ ਸਿਸਟਮ ਹੈ ਉਹ ਸਾਰੇ ਸੁਹਿਰਦ ਹੋਣਗੇ, ਕਿਉਂਕਿ ਲੋਕੀ ਸੁਹਿਰਦ ਹੋਣਗੇ। ਲੋਕੀ ਇਸ ਤਰ੍ਹਾਂ ਨਹੀਂ ਸੋਚਣਗੇ ਵੀ ਹਾਂ ਵੀ ਅਸੀਂ ਇਹ 500 ਰੁਪਈਆ ਲੈ ਕੇ ਜਾਂ ਬੋਤਲ ਸ਼ਰਾਬ ਦੀ ਲੈ ਕੇ ਇੱਕ ਵੋਟ ਪਾਤੀ ਹੈ, ਲੇਕਿਨ ਕਿਸੇ ਵੀ ਪੋਲੀਟੀਸ਼ੀਅਨ ਨੇ ਉਹ ਆਪਣੇ ਕੋਲੋਂ ਨਹੀਂ ਖਰਚਣੀ ਹੁੰਦੀ, ਉਹ ਅਲਟੀਮੇਟਲੀ ਤੁਹਾਡੇ ਤੇ ਪੈਣੀ ਹੈ। ਲੇਕਿਨ ਇਹਨਾਂ ਚੀਜ਼ਾਂ ਨੂੰ ਜਿੰਨਾ ਚਿਰ ਅਸੀਂ ਸੁਹਿਰਦਤਾ ਨਾਲ ਨਹੀਂ ਲੈਂਦੇ, ਕਿਉਂਕਿ ਸਾਨੂੰ ਤਾਂ ਐਂ ਲੱਗਦਾ ਵੀ ਆਹ ਹੁਣ ਮੈਨੂੰ ਸਰਕਾਰ ਤੋਂ ਮਿਲ ਗਿਆ, ਪਰ ਕਿਸੇ ਨੇ ਆਪਣੀ ਜੇਬ ਚੋਂ ਨਹੀਂ ਦੇਣਾ, ਨਾ ਅੱਜ ਤੱਕ ਬਾਦਲ ਨੇ ਆਪਣੀ ਜੇਬ ਤੋਂ ਦਿੱਤਾ ਤੇ ਨਾ ਅੱਜ ਤੱਕ ਕੈਪਟਨ ਨੇ ਆਪਣੀ ਜੇਬ ਤੋਂ ਦਿੱਤਾ। ਇਹ ਤਾਂ ਸਿਸਟਮ ਦਾ ਹੀ ਹਿੱਸਾ ਹੈਗਾ। ਅਸੀਂ ਸਾਰੇ ਇਸ ਗੱਲ ਤੇ ਪਹਿਰਾ ਦੇਵਾਂਗੇ ਤਾਂ ਠੀਕ ਹੋ ਸਕਦਾ, ਜੇ ਪਹਿਰਾ ਨਹੀਂ ਦੇਵਾਂਗੇ ਤਾਂ ਫਿਰ ਅਲਟੀਮੇਟਲੀ ਇਹਦਾ ਠੀਕ ਹੋਣਾ ਮਤਲਬ ਮੁਸ਼ਕਲ ਤਾਂ ਹੈਗਾ, ਲੇਕਿਨ ਅਸੰਭਵ ਨਹੀਂ ਹੈ ਵੀ ਹਾਂ ਵੀ ਇਹ ਨਾ ਹੋ ਸਕੇ। ਧੰਨਵਾਦ ਜੀ, ਬਹੁਤ ਬਹੁਤ। ਤੁਸੀਂ ਥੱਕੇ ਹੋਏ ਹੋ, ਹੁਣ ਆਰਾਮ ਦਾ ਤੁਹਾਡਾ ਸਮਾਂ ਹੈ ਤੇ ਅਗਲੇ ਮੰਗਲਵਾਰ ਨੂੰ ਤੋਂ ਉਦੋਂ ਅਗਲੇ 2 ਮੰਗਲਵਾਰ ਖੁੱਲੀਆਂ ਜਿਹੜੀਆਂ ਇਨਪੁੱਟ ਕਮਿਊਨਿਟੀ ਦੇ ਸੁਣਨ ਵਾਲਿਆਂ ਦੇ ਤੁਹਾਨੂੰ ਸਵਾਲ ਤੁਹਾਡੇ ਮਸ਼ਵਰੇ ਤੁਹਾਡੇ ਲਈ ਆਪਾਂ ਦੋਨੇ ਦਿਨ ਆਲਮੋਸਟ 70 ਮਿੰਟ ਆਪਾਂ ਖੁੱਲੀਆਂ ਲਾਈਨਾਂ ਕਰਾਂਗੇ ਤੇ ਲੋਕਾਂ ਦੇ ਸਵਾਲ ਵੀ ਮੈਂ ਹਫ਼ਤੇ 'ਚ ਲੈ ਲੂੰ, ਵੱਧ ਤੋਂ ਵੱਧ ਜੇ ਲਿਖਾ ਦੇਣ ਮੈਨੂੰ, ਕਿਉਂਕਿ ਔਨ 에ਅਰ ਜਾ ਕੇ ਫਿਰ ਸਵਾਲ ਰਿਪੀਟ ਹੋਈ ਜਾਂਦੇ ਨੇ, ਸਦਉਪਯੋਗ ਨਹੀਂ ਹੁੰਦਾ। ਧੰਨਵਾਦ ਬਹੁਤ ਬਹੁਤ। ਤੇ ਹੁਣ ਆਪਾਂ ਆਪਣੀ ਕਮਿਊਨਿਟੀ ਆਪਣੇ ਭਾਈਚਾਰੇ ਨੂੰ ਅਗਲੇ ਮੰਗਲਵਾਰ ਇਨਵੋਲਵ ਕਰਾਂਗੇ। ਸਰਾਰ ਸਾਹਿਬ ਧੰਨਵਾਦ ਬਹੁਤ ਬਹੁਤ ਤੁਹਾਡੇ ਸਮੇਂ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਹਿਬ ਪ੍ਰਗਟ ਸਿੰਘ ਗੱਲਬਾਤ ਕਰ ਰਹੇ ਸੀ। ਮੈਂ ਸਿਰਫ ਪੰਜਾਬ ਨੂੰ ਮੁਖਾਤਬੇ ਗੱਲ ਕਰਨੀ ਚਾਹੁੰਦਾ ਸੀ, ਕੌਣ ਕੀ ਪੋਲੀਟੀਕਲ ਕਰ ਰਿਹਾ ਮੈਨੂੰ ਉਹਦੇ 'ਚ ਕੋਈ ਇੰਟਰਸਟ ਨਹੀਂ ਹੈ, ਕਿਉਂਕਿ ਜਿਹੜਾ ਕੁਛ ਮਰਜ਼ੀ ਕਰਨ, ਜੇ ਪੰਜਾਬ ਇਹ ਨਾ ਬਚਿਆ ਉਹਨਾਂ ਦੀ ਕੀਤੀ ਕਰਾਈ, ਜਿਹੜਾ ਹੁਣ ਕਹਿੰਦੇ ਨੇ ਨਾ ਆਹ ਕਰ ਦੂੰ, ਮੇਰਾ 13 ਨਕਾਤੀ, ਮੇਰਾ ਜੇ ਮੁਕਾਤੀ, ਮੈਂ ਆਹ ਨਹੀਂ ਕੀਤਾ, ਕੋਈ ਨਹੀਂ ਉੱਥੇ ਤੁਰਿਆ ਫਿਰਦਾ। 5-7 ਗੱਡੀਆਂ ਦਾ ਤੇਲ ਮਿੱਤਰਾ ਕਿੱਥੇ ਕਿਹਨੇ ਜੇਬਾਂ 'ਚੋਂ ਪਾ ਦੇਣਾ, ਇਹ ਤਾਂ ਗੱਲਾਂ ਹੈ। ਤੇ ਹਾਂ ਹੁਣ ਉਹ ਵਸਦਾ ਸਰਵਾਈਵ ਕਰਦਾ ਅਗਲੇ ਸਾਲ 22 ਤੋਂ 27 ਤੱਕ, ਕਿਹਦੇ ਹੱਥਾਂ 'ਚ ਜਾਊ? ਪੱਤੇ ਜਿਹੜੇ ਖੇਲ ਰਹੇ ਨੇ ਸਾਰੇ, ਕੋਈ ਕਹਿ ਰਹੇ ਨੇ ਜੀ ਅਸੀਂ, ਮੈਂ ਦਲਿਤ ਸ਼ਬਦ ਹੀ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਸਭ ਬਰਾਬਰ ਇਨਸਾਨ ਨੇ, ਅਸੀਂ ਉਹਨਾਂ 'ਚੋਂ ਬਣਾ ਦਿਆਂਗੇ ਜੀ CM। ਤੇ ਕੇਜਰੀਵਾਲ ਕਹਿੰਦਾ ਹੁਣ ਮੈਂ ਸਿੱਖ ਚਿਹਰਾ ਬਣਾ ਦੂੰਗਾ ਜੀ। ਅਗਲੇ ਮੰਗਲਵਾਰ ਜੀ ਸਵਾਲ ਮੈਂ ਲਵਾਂਗਾ, ਮੈਂ ਵੱਧ ਤੋਂ ਵੱਧ ਸਮਾਂ ਕਸ਼ੀਦ ਕੇ ਆਪਣੇ ਘੰਟੇ ਦੇ ਵਿੱਚੋਂ ਸਾਰੀਆਂ ਚੀਜ਼ਾਂ ਬੰਦ ਕਰਕੇ ਕੰਟੀਨਿਊ ਅੱਧਾ ਘੰਟਾ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ, ਇਹੀ ਸਮਾਂ ਮੇਰੇ ਕੋਲ। ਤੇ ਆਸ ਹੈ ਕਿ ਆਪਾਂ ਪੰਜਾਬ ਦਾ ਭਲਾ ਮੰਗਣ ਵਾਲੇ ਰਲ ਕੇ ਕੋਸ਼ਿਸ਼ ਕਰਾਂਗੇ। ਪਾਰਟੀ ਦੀ ਕੋਈ ਮੁਸ਼ਕਲ ਨਹੀਂ, ਸਾਰੀਆਂ ਪਾਰਟੀਆਂ 'ਚ ਇਮਾਨਦਾਰ ਬੰਦੇ ਨੇ। ਤੁਸੀਂ ਆਪਣੇ ਬੰਦੇ ਨੂੰ ਜਿਹੜੇ ਤੁਹਾਡੇ ਕੰਟੈਕਟ ਨੇ ਉਹਨਾਂ ਨੂੰ ਲੈ ਕੇ ਆਓ। ਇਹ 2 ਅਗਲੀਆਂ ਇੰਟਰਵਿਊਆਂ ਤੋਂ ਬਾਅਦ ਅਗਲੇ ਮੰਗਲਵਾਰ ਤੋਂ ਉਹਨਾਂ ਨਾਲ ਮੈਂ ਸ਼ੁਰੂ ਕਰ ਲੂੰ। ਜਿਹੜਾ ਵੀ ਖੁੱਲ੍ਹਾ ਚੈਨਲ ਹੈ, ਜਿਹਨੇ ਵੀ ਲਿਆਉਣਾ ਹੈ, ਜਿਨ੍ਹਾਂ ਨੂੰ ਜਾਣਨ ਵਾਲਾ, ਪਰ ਘੱਟੋ ਘੱਟ 4-5 ਸੈਗਮੈਂਟਸ ਹੋਣ ਤੇ ਸਵਾਲ ਉਹਨਾਂ ਨੂੰ ਪੁੱਛੇ ਜਾਣਗੇ। ਜਿਸ ਤਰ੍ਹਾਂ ਇੱਧਰ ਗੱਲ ਕਰਦੇ ਆ ਇਸ ਤਰ੍ਹਾਂ ਉਹਨਾਂ ਨਾਲ ਗੱਲ ਕਰਾਂਗੇ ਵੀ ਇਹਦੇ ਵਿੱਚੋਂ ਆਪਾਂ ਕੋਸ਼ਿਸ਼ ਕਰੀਏ ਕਿ ਅੱਜ ਦਾ ਪੰਜਾਬ ਆ ਜਿਹੜਾ ਉਹ ਵਧੀਆ ਬਣ ਸਕੇ। ਇਹ ਸੀ ਅੱਜ ਦਾ ਪ੍ਰੋਗਰਾਮ ਤੇ ਕੱਲ੍ਹ ਨੂੰ ਫੇਰ ਮੁੜਦੇ ਹਾਂ 9:15 ਵਜੇ ਤੇ 1.5 ਘੰਟੇ ਨੂੰ ਦੂਜੇ ਬੰਨੇ ਆ ਜਾਓ। ਫਿਰ ਰੱਬ ਰੱਖਾ।